मैं करना सी स्टार्ट ते आई should have practiced नौवे पातशाही दी शब्द पर असी दोनों ने Ajuni is going to sing a shabad with me and we have practiced something else, so forgive us for not having No. Welcome back, Ajuni, once again. Thank you, Vaheguru Ji Ka Khalsa, Vaheguru Ji Ki Fateh. You forgot us, huh? No, never. Sweet. All right, welcome. Hanji. एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु 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 वाहिगुरु। मैं अंधले की टेक तेरा नाम खुंदकारा। मैं गरीब मैं मस्कीन तेरा नाम है अंधारा। करीमा रहीमा अल्लाह तू गनी हाजरा हजूर दरपेश तू मनी। करीमा रहीमा अल्लाह तू गनी। भरियाओ तुम दिहंद तुम बिस्यार तुम धनी। देह ले एक तुम दिगर को नहीं। करीमा रहीमा अल्लाह तू गनी। हाजरा हजूर दरपेश तू मनी। तू दाना तू बीना मैं विचार क्या करी। तू गाना तू बीना मैं विचार क्या करी। नामे च स्वामी बख्शंद तू हरी। नामे च स्वामी बख्शंद तू हरी। करीमा रहीमा अल्लाह तू गनी। हाजरा हजूर दरपेश तू मनी। करीमा रहीमा अल्लाह तू
गनी हाजरा हजूर दरपेश तू मनी करीमा रहीमा अल्लाह तू गनी। वाहिगुरु जी का खालसा खालसा वाहिगुरु जी की फतेह। थैंक यू जी। भूपिंदर जी वाहिगुरु जी का खालसा वाहिगुरु जी की फतेह। No need to apologize for this that you're late। ਭਾਈ ਗੁਰਦਾਸ ਜੀ ਦੀ ਇੱਕ ਥਾਂ ਤੇ ਵਾਰ ਦੇ ਵਿੱਚ ਹੈਗਾ, ਰਹਿ ਨਾ ਸਹਸਾ ਰੋਗ ਝਾਤੀ ਪਾਵਣੀ। ਇਹ ਕਹਿੰਦੇ ਨੇ ਕਿ ਸਹਸਾ ਤੇ ਰੋਗ ਜਿਹੜਾ ਹੈ ਨਾ, ਜਿੰਨਾ ਸਹਸਾ ਮੀਨਸ ਡਰ ਔਰ sensation of as if, confusion, illusion, ਝਾਤੀ ਪਾਵਣੀ। ਜੇ ਕਿਧਰੇ ਸਾਧ ਸੰਗਤ ਦੀ ਝਾਤ ਮਿਲ ਜਾਏ ਨਾ, just a vision, just a sight, it is so blissful ਕਿ ਝਾਤੀ ਪਾਵਣੀ। ਉਹ ਹੁਣ ਡਿਪੈਂਡ ਕਰਦਾ ਕਿ ਕਿਹੋ ਜਿਹੇ ਮਾਨਸਿਕਤਾ ਦੇ ਨਾਲ ਸੰਗਤ ਦੇ ਵਿੱਚ ਲੋਕ ਬੈਠੇ ਨੇ, ਪਰ ਜੇ ਭਾਵਨਾ ਠੀਕ ਹੈ ਤੇ ਮਾਨਸਿਕਤਾ ਜਿਹੜੀ ਹੈ ਉਹ ਭਾਵਨਾ ਦੇ ਨਾਲ ਆਪਣੇ ਆਪ ਬਦਲ ਜਾਏਗੀ। ਮੈਂ ਗਿਆ ਸੰਗਤ ਦੇ ਵਿੱਚ, ਮੈਂ ਕੁਝ ਮਾਇਕੀ ਲੋੜਾਂ ਦੇ ਲਈ ਗਿਆ ਤੇ ਮੇਰੀ ਮਾਨਸਿਕਤਾ ਉੱਥੇ ਰਹੇਗੀ, ਮਾਇਆ ਵਾਲੇ ਪਾਸੇ ਤੁਰਦੀ ਹੋਏਗੀ, ਕੀਰਤਨ ਚ ਧਿਆਨ ਨਹੀਂ ਹੋਏਗਾ, ਕਥਾ ਚ ਧਿਆਨ ਨਹੀਂ ਹੋਏਗਾ, ਮਹਾਰਾਜ ਕੀ ਕਹਿ ਰਹੇ ਧਿਆਨ ਨਹੀਂ ਹੋਏਗਾ, ਪਾਠ ਸੁਣਨ ਗਿਆ, ਬਾਣੀ ਸੁਣਨ ਗਿਆ, ਨਹੀਂ ਧਿਆਨ ਹੋਏਗਾ। ਪਰ ਜੇ ਮੈਂ ਗਿਆ ਕਿ ਨਹੀਂ, ਮੈਂ ਵੀ ਜਾ ਕੇ ਦੇਖਾਂ ਕਿ ਸਾਧ ਸੰਗਤ ਚ ਕੀ ਹੁੰਦਾ ਹੈ, ਇੰਨੀ ਸਾਧ ਸੰਗਤ ਦੀ ਮਹੱਤਤਾ ਹੈ, ਇੰਪੋਰਟੈਂਸ ਹੈ, ਕਿੱਦਾਂ ਪਤਾ ਲੱਗੇਗਾ? ਸੋ ਦੈਟਸ ਹਾਊ ਆਈ ਕਮ ਟੂ ਨੋ। ਮੇਰੀ again, my state of mind depends upon my inclination. In other words, my inclination can change my state of mind. It has the power because inclination is emanating from my man, from my mind, है ना? हाँ जी, ਕਾਰ ਸਿੰਘ ਜੀ ਤੁਸੀਂ ਅੱਜ ਕਿਰਪਾ ਕਰੋ ਜੀ, ਗੌੜੀ ਮਹਿਲਾ ਨੌਵਾਂ ਸਾਧੋ ਇਹ ਮਨ ਗਹਿਓ ਨਾ ਜਾਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਮਹਿਲਾ ਨੌਵਾਂ ਸਾਧੋ ਇਹ ਮਨ ਗਹਿਓ ਨਾ ਜਾਈ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, यहाँ ते थिर न रहाई रहाओ। कठन क्रोध घट ही के पीतर, जे सुध सब बिसराई। रतन ज्ञान सब को हिर लीना, तां स्यों कश ना बिसाई। जोगी जतन करत सब हारे, गुणी रहे गुण गाई। जन नानक हर पहे दयाला, तौं सब बिद बन आई। जोगी जतन करत सब हारे, गुणी रहै
गुण गाई। जन नानक हर भये दयाला, तौं सब बिद बन आई। तौं सब बिद बन आई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹ ਕੀ ਵਾਹ। ਇਹ ਬਾਣੀ ਤੇ ਆਪਣੇ ਆਪ ਅੰਦਰ ਜਾਈ ਜਾਂਦੀ ਹੈ। ਨੌਵੇਂ ਪਾਤਸ਼ਾਹ ਦੀ ਬਾਣੀ ਏਦਾਂ ਦੀ, I don't know, I could be wrong। ਜੇ ਇਹਨੂੰ ਅਸੀਂ ਪਿਆਰ ਨਾਲ ਪੜ੍ਹੀ, ਜੇ ਪਿੱਛੇ ਕੁੱਤੇ ਲਾਏ ਹੋਣ ਤੇ ਪੜ੍ਹੀਏ ਤੇ ਫਿਰ ਕੁਝ ਨਹੀਂ ਸਮਝ ਆ। ਜਿੱਦਾਂ ਅਸੀਂ ਆਮ ਜਪਜੀ ਦੇ ਪਾਠ ਜਾਂ ਆਮ ਬਾਣੀ ਪੜ੍ਹਦੇ ਹਾਂ, ਜਿਸਲੇ ਭਈ ਅੰਕ ਮੁਕਾਣੇ ਨੇ, ਜੇ ਅਖੰਡ ਪਾਠ ਦੀ ਸੇਵਾ ਦੇ ਵਿੱਚ ਹਾਜ਼ਰੀ ਭਰੀਏ ਤੇ ਉਹ ਡੰਡਾ ਦਿੱਤਾ ਹੁੰਦਾ ਹੈ ਵੀ ਨਹੀਂ ਜੀ ਛੇਤੀ ਪੜ੍ਹੋ ਜੀ, ਸਾਡੀ ਮੇਰੀ ਸਪੀਡ 10-15 ਦੀ, ਕਹਿੰਦੇ ਨਹੀਂ ਤੁਸੀਂ ਰਹਿਣ ਦਿਓ, ਹਾਲੇ ਤੁਸੀਂ ਪ੍ਰੈਕਟਿਸ ਕਰ ਲਓ। ਘੱਟ ਤੋਂ ਘੱਟ 20-25 ਦੀ ਸਪੀਡ ਚਾਹੀਦੀ, ਕਿਉਂਕਿ ਫਿਰ ਪਾਠੀ ਸਿੰਘ ਵੀ ਰਾਤੀ ਕਵਰ ਨਹੀਂ ਨਾ ਕਰ ਸਕਦੇ। ਉਹ ਪਾਠੀਆਂ ਨੇ ਰਾਤੀ ਦਬੜਾ ਦੇਣਾ ਹੁੰਦਾ ਹੈ, ਫਿਰ ਫਟਾਫਟ ਜਿੰਨੇ ਕੁ ਹੈਗੇ ਉਹਨੇ ਇੰਨੇ ਅੰਕ ਹੋਣੇ ਚਾਹੀਦੇ ਜੀ, ਹਾਂਜੀ ਠੀਕ ਹੈ ਜੀ ਹੋ ਜਾਣਗੇ। ਤੇ ਉਹਨਾਂ ਨੇ ਭੂੰਡ ਪਾਠ ਕਰਨਾ ਹੁੰਦਾ, ਅੱਛਾ। ਕਈ ਮੇਰੇ ਵਰਗੇ ਹੁੰਦੇ ਆ, ਉਹ ਚੁਟਕੀ ਪਾਠ ਕਰ ਦਿੰਦੇ ਆ, ਕਰਕੇ ਤੇ ਚੁਟਕੀ ਚ ਜਿੰਨੇ ਕੋਈ ਪੇਜ ਆ ਗਏ ਉਹ ਪਰ ਉੱਤੇ ਕਿਹੜਾ ਕੋਈ ਦੇਖਦਾ ਪਿਆ, ਮਹਾਰਾਜ ਨੂੰ ਤੇ ਜੇਬ ਚ ਪਾਇਆ। ਕੋਈ ਹੋਰ ਐਡਵਾਂਸਡ ਹੁੰਦੇ ਆ, ਉਹ ਥੱਬਾ ਪਾਠ ਕਰ ਲੈਂਦੇ ਆ, ਵੀ ਥੱਬੇ ਚ ਜਿੰਨਾ ਆਇਆ ਬਾਕੀ ਦਿਨ ਉਹ ਲਾ ਕੇ ਬੈਠੇ ਰਹੇ। ਸੋ ਪਾਤਸ਼ਾਹ ਕਹਿੰਦੇ ਨੇ ਸਾਧੋ, ਇਹ ਸੰਤ ਜਨੋਂ ਆਪਾਂ ਗੱਲ ਕੀਤੀ ਸੀ, ਸਾਧੋ ਜਿੱਥੇ ਵੀ ਆਏ ਉੱਥੇ ਆਊਟਵਰਡ ਜਾਵਾਂ ਤੇ ਮੇਰੇ ਸਤਸੰਗੀ ਜਨੋਂ, ਅੰਦਰ ਮੇਰਾ ਕਿਹੜਾ ਸਤਸੰਗੀ ਹੈ? ਮੇਰੇ ਸਾਰੇ ਗਿਆਨ ਇੰਦਰੇ ਸਤਸੰਗੀ ਨੇ ਮੇਰੇ, ਜੇ ਮੈਂ ਉਹਨਾਂ ਨੂੰ ਐਨਰੋਲ ਕਰਾਂ ਤੇ ਪ੍ਰੀਡੋਮੀਨੈਂਟਲੀ ਮੇਰਾ ਮਨ। ਜਦੋਂ ਮੈਂ ਬਾਣੀ ਨੂੰ ਪੜ੍ਹਾਂ ਤੇ ਮੈਂ ਦੇਖਾਂ ਕਿ ਮੈਂ ਸੁਣਾ ਕਿਹਨੂੰ ਰਿਹਾ। ਜਿਸ ਤਰ੍ਹਾਂ ਇੱਕ ਨਿਆਣੇ ਨੂੰ ਤੁਸੀਂ ਗੁਰਦੁਆਰੇ ਚ ਕਹੋ ਵੀ ਕਾਕਾ ਤੇਰੀ ਅੱਜ ਸ਼ਬਦ ਸੁਣਾਉਣ ਦੀ ਵਾਰੀ ਹੈ, ਤੂੰ ਗੁਰਦੁਆਰੇ ਸ਼ਬਦ ਸੁਣਾ, ਤੇ ਕੋਈ ਨਾ ਬੈਠਾ ਹੋਵੇ, ਉਹ ਉਸ ਵੇਲੇ ਤੇ ਪੜ੍ਹ ਲਏਗਾ, ਨਹੀਂ ਤੇ ਉਸੇ ਵੇਲੇ ਵਿਸ ਘੋਲ ਕੇ ਮਾਂ ਦੇ ਕੰਨ ਚ ਕਹੇਗਾ ਇੱਥੇ ਹੈ ਤੇ ਕੋਈ ਨਹੀਂ, ਕਿਹਨੂੰ ਸੁਣਾਵਾਂ ਮੈਂ, ਫਟ ਕਹੇਗਾ। Because everyone needs appreciation, ਉਸ ਤੋਂ ਪਹਿਲੇ everyone needs attention। ਸੋ ਮੈਨੂੰ ਵੀ ਜਦੋਂ ਮੈਂ ਸਮਝਾਂ ਤੇ ਮੈਂ ਪੜ੍ਹਨ ਲੱਗਾ ਤੇ ਮੈਂ ਦੇਖਾਂ ਮੈਂ ਕਿੰਨੂੰ ਮੁਖਾਤਬ ਕਰਨ ਲੱਗਾ, ਫਿਰ ਇਹ ਬਾਣੀ ਮੇਰੀ ਸਿੱਧੀ ਜਾਈ ਜਾਏਗੀ। ਸਾਧੋ ਇਹ ਮਨ ਗਹੇ ਹੋਣਾ ਜਾਏ, ਮਨ ਦੀ ਗੱਲ ਕਰ ਰਿਹਾ, ਮਨ ਨੂੰ ਵੀ ਕਹਿ ਸਕਦਾ ਦੇਖ ਲੈ ਪੁੱਤਰਾ, ਮੇਰੇ ਮਾਲਕ ਨੇ ਤੇਰੀ ਗੱਲ ਕਰਤੀ ਹੋਈ ਆ, ਤੂੰ ਬਾਜ ਆ ਜਾ, ਨਹੀਂ ਤੇ ਮੈਂ ਤੈਨੂੰ ਠੋਕ ਦੇਣਾ, ਤੈਨੂੰ ਮੈਂ ਕੀਲ ਦੇਣਾ। ਮਨ ਕਹਿੰਦਾ ਹਾਂ ਯਾਰ, ਇਹਦੇ ਤੇ ਉਸਤਾਦ ਨੇ ਪਹਿਲੀ ਗੱਲ ਕਰ ਲਈ ਹੈ। If we take the entities, I just want to try to understand from the rock bottom level, ਇਹ ਮਨ ਗਹੇ ਹੋਣਾ ਜਾਏ, ਫੜ ਹੀ ਨਹੀਂ ਸਕਦਾ। ਹੁਣ ਜਿਹੜਾ ਮਨੁੱਖ ਇਹ ਕਹਿੰਦਾ ਜੀ ਕਿ ਮੈਂ ਤੇ ਆਪਣੇ ਮਨ ਨੂੰ ਕਾਬੂ ਚ ਕਰ ਲਿਆ, ਉਹ ਕਿੱਦਾਂ ਕਹਿ ਸਕੇਗਾ? ਪਾਤਸ਼ਾਹ ਕਹਿੰਦੇ ਨੇ ਗਹੇ ਹੋਣਾ ਜਾਏ, ਫੜਿਆ ਨਹੀਂ ਜਾ ਸਕਦਾ। ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਕਹਿੰਦੇ ਵੀ ਇਹ ਨਹੀਂ ਫੜਿਆ ਜਾ ਸਕਦਾ। ਮੇਰੇ ਆ ਮਨਾ, ਉਹ ਮੇਰੇ ਸਤਸੰਗੀਓ, ਉਹ ਮੇਰੇ ਨੇਤਰੋ, ਉਹ ਮੇਰੇ ਸਰਵਣੋ, ਉਹ ਮੇਰੀ ਜੇਬਾ, ਉਹ ਮੇਰੇ ਹੱਥੋਂ, ਉਹ ਮੇਰੇ ਪੈਰੋ, ਐਵਰੀਥਿੰਗ। 10 ਜਿਹੜੇ ਇੰਦਰੇ ਨੇ ਟੋਟਲ, ਗਿਆਨ ਇੰਦਰੇ ਤੇ ਟਚਿੰਗ ਸੈਂਸਸ ਜਿਹੜੀਆਂ ਸਾਰੀਆਂ ਨੂੰ ਪਿਲਾ ਕੇ ਕਹਿੰਦੇ ਨਹੀਂ ਫੜਿਆ ਜਾ ਸਕਦਾ। ਸੋ ਇਟ ਮੀਨਸ ਕਿ ਇਟਸ ਨਾਟ impossible, no, it's difficult। ਜਿੱਦਾਂ ਅਸੀਂ ਕਹਿੰਦੇ ਆ ਵੀ ਦੇਸੀ ਖਾਣਾ ਜਿਹੜਾ, ਇੰਡੀਅਨ ਖਾਣਾ ਜਿਹੜਾ ਨਾ ਘਰ ਬਣਾਉਣਾ, ਘਰ ਨਹੀਂ ਬਣ ਸਕਦਾ। ਕਿਉਂ ਨਹੀਂ ਬਣ ਸਕਦਾ? ਬਣ ਸਕਦਾ, ਜਿਹੜੇ ਬਣਾਉਂਦੇ ਸਨ ਕਹਿੰਦੇ ਹਾਂ, ਪਰ ਟਾਈਮ ਬੜਾ ਲੱਗਦਾ।
ਸਾਡਾ ਐਕਸਪ੍ਰੈਸ਼ਨ ਬਣ ਜਾਂਦਾ ਵੀ ਇਹ ਨਹੀਂ ਹੋ ਸਕਦਾ, ਯਕਮੁਸ਼ਤ ਅਸੀਂ ਕਹਿੰਦੇ ਹਾਂ, ਬਟ that doesn't mean ਕਿ it's impossible. It cannot be done. It can be done, but it's difficult to be done. ਸਾਧੋਏ ਮਨ ਗਹਿਓ ਨਾ ਜਾਈ। ਹੁਣ ਕੀ ਪ੍ਰੋਬਲਮ ਹੈ? ਇਸ ਸ਼ਬਦ ਦੇ ਵਿੱਚ ਦੋ ਆਸਪੈਕਟਸ ਮਨ ਦੇ ਵਿਚਲਨ ਦੇ, ਵਿਚਲਿਤ ਹੋਣ ਦੇ, ਸਕੈਟਰ ਹੋਣ ਦੇ, ਅਨਕੰਟਰੋਲੇਬਲ ਹੋਣ ਦੇ ਪਾਤਸ਼ਾਹ ਨੇ ਦਿਖਾਏ, ਦਰਸਾਏ। ਚੰਚਲ ਤ੍ਰਿਸ਼ਨਾ ਸੰਗ ਬਸਤਾ। ਜਿੱਥੇ ਮਨ ਹੈ ਨਾ, ਜੇ ਅਸੀਂ ਲੋਕੇਟ ਕਰਨਾ ਚਾਹੀਏ ਤੇ ਇਹ ਲੋਕੇਟਿਵ ਈਡੀਅਮ ਬਈ ਜਿੱਥੇ ਮਨ ਹੈਗਾ ਨਾ ਉਹਦੇ ਨਾਲ ਹੀ ਕਿਧਰੇ ਡਿਜ਼ਾਇਰ ਬੈਠੀ ਹੈ, ਤ੍ਰਿਸ਼ਨਾ। ਇਹ ਤ੍ਰਿਸ਼ਨਾ ਵੱਡਾ ਰੋਗ ਲਗਾਏ ਤੇ ਇੰਨਾ ਜ਼ਬਰਦਸਤ ਰੋਗ ਹੈ ਕਿ ਇਹਨੂੰ ਇਹ ਵੀ ਭੁੱਲ ਜਾਂਦਾ ਹੈ ਕਿ ਮੈਂ ਮਰਨਾ ਹੈ। ਇੰਨਾ ਮਤਲਬ ਐਬਜ਼ੌਰਬ ਕਰ ਦਿੰਦੀ ਹੈ ਐਂਡ ਡਿਟਰੈਕਟਿਵਲੀ। ਐਕਸਕਿਊਜ਼ ਮੀ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਇਹ ਮਨ ਦੇ I cannot control my ਮਨ ਗਹਿਓ, I cannot hold it, I cannot make it focused, ਕਿਉਂਕਿ ਚੰਚਲ ਤ੍ਰਿਸ਼ਨਾ ਜਿਹੜੀ ਚੰਚਲ ਹੈ ਨਾ, ਡਿਜ਼ਾਇਰ, ਐਂਡ ਚੰਚਲ ਇੱਕ ਤੇ ਚਲਾਕ ਹੁੰਦੀ ਹੈ ਤੇ ਇੱਕ ਜਿਹਨੂੰ ਕਹਿੰਦੇ ਅਸੀਂ ਫਿਕਲ ਜਿਹਾ ਨਹੀਂ ਹੁੰਦਾ, ਮਤਲਬ ਹੁਣੇ ਆਇਆ ਤੇ ਹੁਣੇ ਗਿਆ। ਉਹ ਕਹਿੰਦੇ ਵੀ ਉਹ ਤ੍ਰਿਸ਼ਨਾ ਜਿਹੜੀ ਚੰਚਲ ਬਿਰਤੀ ਦੀ ਹੈ, ਜਿਹੜੀ ਟਿਕਾ ਚ ਨਹੀਂ ਹੈਗੀ, ਜਿਹੜੀ ਆਪ ਨਹੀਂ ਟਿੱਕੀ ਹੋਈ। ਇਹ ਹੁਣੇ ਮੈਨੂੰ ਪਾਣੀ ਚਾਹੀਦਾ, ਹੁਣੇ ਮੈਨੂੰ ਚਾਹ ਚਾਹੀਦੀ, ਹੁਣੇ ਮੈਨੂੰ ਇਹ ਚਾਹੀਦਾ, ਵਨ ਆਫਟਰ ਅਨਦਰ, ਤੇ ਇਹ ਉਹਦੇ ਨਾਲ ਬੈਠੀ ਹੈ। ਜਾਂ ਤੇ ਥਿਰ ਨਾ ਰਹਾ ਹੈ, ਇਸ ਕਰਕੇ ਇਹ ਟਿਕਣ ਨਹੀਂ ਦਿੰਦਾ। ਗਹਿਓ ਕਿਉਂ ਨਾ ਜਾਈ? ਕਿਉਂਕਿ ਵਨ ਇਹਦੇ ਚ ਤ੍ਰਿਸ਼ਨਾ ਬੈਠੀ, ਆਸਾ, ਡਿਜ਼ਾਇਰ। ਹੁਣ ਮੈਂ ਸੋਚਾਂ ਯਾਰ, ਮੈਂ ਤੇ ਬੜੀ ਵਾਰੀ ਦੇਖਿਆ, ਪਰ ਡੂ ਆਈ ਅੰਡਰਸਟੈਂਡ ਇਟ? ਵਨ ਸੈਕਿੰਡ, ਨੌਵੀਂ ਪਾਤਸ਼ਾਹੀ ਦੀ ਬਾਣੀ ਸਿਰਫ ਪੜ੍ਹਨ ਮਾਤਰ ਨਹੀਂ ਜੇ, ਮੇਰਾ ਖਿਆਲ ਹੈ, ਆਈ ਕੁਡ ਬੀ ਰੋਂਗ। ਇਹ ਚਿੱਥਣ ਲਈ, ਚੱਬਣ ਲਈ, ਤੇ ਇੰਗਲਿਸ਼ ਚ ਜੇ ਕਹਿ ਲਈਏ ਤੇ ਉਹਨੂੰ ਕੀ ਕਹਿੰਦੇ ਆ ਅਸੀਂ, ਮਲ ਓਵਰ, ਜਿਹਨੂੰ ਕਹਿੰਦੇ ਘੋਟਣਾ, ਕੁਟਾਪਾ, ਵਨ ਆਫਟਰ ਅਨਦਰ। ਜਾਂ ਜਿਸ ਤਰ੍ਹਾਂ ਗਮ ਨਹੀਂ ਕਰੀ ਖਾਈਦਾ ਸੀ, ਚਿਊਇੰਗ ਗਮ, ਵੀ ਮੂੰਹ ਚ ਪਾ ਲਓ, ਚਿੱਥੀ ਜਾਓ, ਸਲਾਈਵਾ ਆਈ ਜਾਏਗਾ। ਬਾਣੀ ਉਹੋ ਜਿਹੀ ਹੈ ਸਾਡੀ ਨੌਵੇਂ ਪਾਤਸ਼ਾਹ ਦੀ। ਸਾਰੀ ਬਾਣੀ ਏਦਾਂ, ਪਰ ਨੌਵੇਂ ਪਾਤਸ਼ਾਹ ਦੀ ਪਰਟੀਕੁਲਰਲੀ ਇੰਨੀ ਸਿੰਪਲੈਸਟ ਤਰੀਕੇ ਨਾਲ, ਕਿੰਨੇ ਪਿਆਰ ਦੇ ਨਾਲ ਪਰੋਈ ਹੋਈ, ਜਿੱਦਾਂ ਥਾਲੀ ਚ ਮਾਂ ਰੋਟੀ ਪਾ ਕੇ ਦੇ ਦੇਵੇ, ਐਂਡ ਟੂ ਆਵਰ ਖੁਆਇਸ਼ ਦੀ। ਉਹ ਨਹੀਂ ਕਹਿੰਦੇ ਚ ਮਿਰਚਾਂ ਨੇ, ਇਹ ਮੈਨੂੰ ਸਮਝ ਨਹੀਂ ਆਉਂਦੀ ਬਾਣੀ ਕੋਈ। ਇਹ ਇਹੋ ਜਿਹੀ ਬਾਣੀ ਹੈ ਜਿਹੜੀ ਹਰ ਕਿਸੇ ਨੂੰ ਸਮਝ ਆ ਸਕਦੀ ਹੈ। ਜਾਂ ਤੇ ਥਿਰ ਨਾ ਰਹਾਈ, ਕਹਿੰਦੇ ਐਸ ਇਹ ਰਹਾਓ ਹੈ। ਫਿਰ ਕਹਿੰਦੇ ਹੋਰ ਵਨ, ਨਾਓ ਸੈਕਿੰਡ, ਕਠਨ ਕ੍ਰੋਧ। ਇੱਕ ਤੇ ਚੰਚਲ ਸੀਗੀ ਤ੍ਰਿਸ਼ਨਾ, ਹੁਣ ਕਠਨ ਹੈ ਕ੍ਰੋਧ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਇਹਦੇ ਅੰਦਰ ਹੀ, ਯਾਨੀ ਕਿ ਮਨ ਦੇ ਨਾਲ ਹੀ ਚੰਚਲ ਤ੍ਰਿਸ਼ਨਾ ਸੰਗ ਬਸਤਾ ਹੈ। ਜਿਸ ਤਰ੍ਹਾਂ ਉਹ ਸੰਗ ਬਸਤੀ ਪਈ ਹੈ, ਇਹਦੇ ਨਾਲ ਹੀ ਵਨ ਮੋਰ ਥਿੰਗ ਕਿ ਕਠਨ ਕ੍ਰੋਧ। ਹੁਣ ਕ੍ਰੋਧ ਨੂੰ ਕਠਨ ਕਿਹਾ ਗਿਆ ਹੈ ਕਿ ਗੁੱਸਾ ਆਉਣਾ ਔਖਾ ਹੈ ਕਿ ਗੁੱਸੇ ਤੇ ਕੰਟਰੋਲ ਔਖਾ ਹੈ। ਔਰ ਬਹੁਤ, ਉਹ ਕਹਿੰਦਾ ਇਹਨੂੰ, ਇਹਦਾ ਕੋਈ ਪਤਾ ਨਹੀਂ, ਇਹ ਲੰਘ ਜਾਏ ਤੇ ਹਾਥੀ ਲੰਘਾ ਦਿੰਦਾ, ਤੇ ਜੇ ਗੁੱਸਾ ਆ ਜਾਏ ਤੇ ਨਿੱਛ ਤੇ ਗੁੱਸਾ ਕਰ ਲੈਂਦਾ। You never know.
behaviorally ਕਹਿੰਦੇ ਇਹ ਔਖਾ ਗੁੱਸਾ in the sense ਕਿ ਜੇ ਇਹਨੇ ਔਖਾ ਕਰਤਾ ਇਹਨੂੰ it is uncontrollable, ਘੱਟ ਹੀ ਕਿ ਉਹ ਵੀ ਅੰਦਰ ਹੀ ਹੈ। ਜਹ ਸੁਧ ਸਭ ਵਿਸਰਾ, ਐਂਡ ਉਹ ਕਹਿੰਦਾ ਨਾ ਇਹਦਾ ਗੁੱਸਾ ਬੜਾ ਚੰਡਾਲ ਹੀ, ਜੋ ਹੱਥ ਆਵੇ ਮਾਰ ਦਿੰਦਾ ਹੀ, ਭਾਂਡੇ ਤੋੜ ਦਿੰਦਾ ਹੀ। ਉਹ ਇਹ ਨਾ ਸ਼ਲੋਕ ਸੰਸਕ੍ਰਿਤੀ ਦੇ ਵਿੱਚ I should have noted it down, ਉਹ ਆਂਦਾ ਸ਼ਲੋਕ ਸੰਸਕ੍ਰਿਤੀ ਦੇ ਵਿੱਚ ਉਹਦੇ ਚ 5 ਕਾਮਾਦਕਾਂ ਦੀ ਗੱਲ ਕੀਤੀ ਹੋਈ ਹੈ ਤੇ ਬੜੀ ਪਿਆਰੀ ਮਹਾਰਾਜ ਨੇ ਉਹਦੇ ਚ ਗੱਲ ਕੀਤੀ। 1 ਮਿੰਟ ਮੈਨੂੰ ਦਿਓ, I don't want to miss it. It should be at the end. हे नरकं विश्रामं कामं, ਇਹ ਮੈਨੂੰ ਯਾਦ ਆ ਰਿਹਾ ਇੱਕ ਕਦੰਚੇ ਕਰੁਣਾ ਨਾ ਉਪਰਜਤ, ਮੈਨੂੰ ਵਿੱਚ ਯਾਦ ਹੈ ਪਰ let me look somewhere else. It's sorry about that. I should have noted it down. Give me a sec. I think I would find it here. Slok Sanskrit cha, I know that for sure. Visraman. ਤੇ ਕਾਮਨ ਨਹੀਂ ਆਇਆ ਉਸ ਲਾਈਨ ਤੋਂ, I'm sorry. Ekal Moolam Krodam, got it. Ekal Moolam Krodam. Ekal Moolam Krodam. ਇਹ ਆ ਗਿਆ। ਹੁਣ ਗੁੱਸੇ ਨੂੰ ਕਿਹਾ ਗਿਆ ਪਾਤਸ਼ਾਹ ਨੇ, ਫॉर ਜਸਟ FYI ਇਹ 1358 ਅੰਕ ਤੇ ਸ਼ਲੋਕ ਸੰਸਕ੍ਰਿਤੀ ਦੇ ਵਿੱਚ 5 ਜਿਹੜੇ ਸਾਡੇ ਵਾਇਸਿਸ ਨੇ ਇਹਨਾਂ ਨੂੰ ਮੁਖਾਤਿਬ ਕਰਕੇ ਗੱਲ ਕੀਤੀ ਗਈ ਹੈ। 1300 ਕਿੰਨਾ ਇੰਗਲਿਸ਼ ਵਿੱਚ? 1358। ਓਕੇ, ਥੈਂਕ ਯੂ। हे कल मूलं करो, हे कल मूल क्रोधं। कल ਦਾ ਕਹਿੰਦੇ ਨਾ ਜਿੱਥੇ ਕਲਾ ਵਰਤਦੀ ਹੈ, ਜਿੱਥੇ ਲੜਾਈ ਹੁੰਦੀ ਹੈ, ਕਲ ਯੁੱਗ ਤੇ ਸਾਰਾ ਕੁਝ ਹੀ ਆ ਗਿਆ ਨਾ ਕਲ ਯੁੱਗ ਦੇ ਵਿੱਚ। ਤੇ ਕਲ ਯੁੱਗ ਰੱਥ ਅਗਨ ਕਾ ਚੰਡਾਲ ਹੋ ਗਿਆ, ਪਰ ਜਿੱਥੇ ਕਲਾ ਵਰਤਦੀ ਹੈ, ਲੜਾਈ ਝਗੜੇ ਹੁੰਦੇ ਨੇ, ਉਹਦਾ ਮੂਲ ਜਿਹੜਾ ਹੈ ਕ੍ਰੋਧ ਹੈ, ਇਹਨੂੰ ਕਿਹਾ ਗਿਆ। हे कल मूल क्रोधं ਕਦੰਚੇ ਕਰੁਣਾ ਨਾ ਉਪਰਜਤੇ। ਕਹਿੰਦੇ ਤੂੰ ਇੰਨਾ ਭੈੜਾ ਹੈ ਗੁੱਸਿਆ, ਤੇਰੇ ਅੰਦਰ ਕਦੀ ਕਰੁਣਾ ਹੁੰਦੀ ਹੀ ਨਹੀਂ। ਯੂ ਨੋ, ਮਤਲਬ ਕਿ ਤੇਰੇ ਕੋਲ ਕੰਪੈਸ਼ਨ ਹੈ ਹੀ ਨਹੀਂਗਾ। ਬੰਦਾ ਗੁੱਸਾ ਚ ਚੜਿਆ ਹੋਵੇ, ਉਹਨੂੰ ਜੇ ਕੋਈ ਪਿਆਰ ਨਾਲ ਕੋਈ ਹੌਲੀ ਜੀ ਕੁਝ ਕਹਿ ਦੇਵੇ ਤੇ ਉਹਦੇ ਵੀ ਗੱਲ ਪੈ ਜਾਂਦਾ। ਫਿਰ ਵਿਖਿਅੰਤ ਜੀਵੰਗ ਵਸਿਅੰ ਕਰੋਤ ਨਿਰਤੰ ਕਰੋਤ ਜਿਥਾ ਮਰਕਟਾ। ਕਹਿੰਦਾ ਤੂੰ ਬੜੇ ਹੀ ਜਿਹੜੇ ਵਿਸ਼ਈ ਜੀਵ ਨੇ ਨਾ ਤੇਰੇ, ਜਿਹੜੇ ਲੋਕ ਤੇਰੇ ਨਾਲ ਇੰਟੌਕਸਿਡ ਨੇ, ਜਿਨ੍ਹਾਂ ਨੂੰ ਤੂੰ ਟੌਕਸੀਫਾਈ ਕੀਤਾ, ਯਾਨੀ ਕਿ ਜਿਹੜੇ ਤੇਰੇ ਮਲਬੇ ਚ ਨੇ, ਤੇਰੇ ਗ੍ਰਿਫਤ ਵਿੱਚ ਨੇ, ਤੂੰ ਉਹਨਾਂ ਨੂੰ ਆਪਣੇ ਵਸ ਚ ਕੀਤਾ ਹੋਇਆ,
ਤੇ ਉਹਨਾਂ ਨੂੰ ਬਾਂਦਰਾਂ ਵਾਂਗੂ ਨਚਾਣਾ ਹੈ। ਫਿਰ ਅਨਕ ਸ਼ਾਸਨ ਤਾੜੰਤ ਜਮਦੂਤਾ ਤਬ ਸੰਗੇ ਅਧਮਾ ਨ ਰਹਾ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋ। ਸਾਰਿਆਂ ਤੇ ਮਿਹਰ ਕਰ ਪਾਤਸ਼ਾਹ। ਯੂ ਕੈਨ ਰੀਡ ਇਟ ਆਪਣੇ ਔਨ ਯਰ ਓਨ। ਪਰ ਕ੍ਰੋਧ ਇੰਨੀ ਮਾੜੀ ਸ਼ੈ ਏ ਕਿ ਪਾਤਸ਼ਾਹ ਕਹਿੰਦੇ ਨੇ ਕਿ ਘੱਟ ਹੀ ਕੇ ਭੀਤਰ ਜੈ ਸੁਧ ਸਭ ਬੇਸਰ। ਇਹਨੇ ਮੇਰੀ ਮਤੀ ਮਾਰ ਦਿੱਤੀ ਹੈ, ਮਤ, ਮੇਰੀ ਪ੍ਰੈਜ਼ੈਂਸ ਆਫ ਮਾਈਂਡ, ਮੇਰਾ ਗਿਆਨ, ਇਹਨੇ ਸਾਰਿਆਂ ਨੂੰ ਲੂਤੀ ਲਾ ਤੇ ਰਤਨ ਗਿਆਨ, ਰਤਨਾਂ ਵਰਗਾ ਗਿਆਨ ਜਿਹੜਾ ਮੈਂ ਇਕੱਠਾ ਕੀ ਮੱਖਣ ਕੱਢਿਆ ਸੀ, ਜਿਵੇਂ ਚਾਟੀ ਚ ਰੜਕ ਰੜਕ ਕੇ ਮੱਖਣ ਕੱਢਣ ਦਾ ਜੇ ਮੈਂ ਪ੍ਰੋਸੈਸ ਸਮਝਾਂ, ਭਾਵ ਮੈਂ ਬੜੀ ਮਿਹਨਤ ਕਰਕੇ ਮੱਖਣ ਇਕੱਠਾ ਕੀਤਾ, ਉਹਦਾ ਘਿਓ ਬਣਾਇਆ। ਤੇ ਇਹਨੇ ਕੀ ਕੀਤਾ, ਇਸੇ ਤਰ੍ਹਾਂ ਹੀ ਮੈਂ ਬਾਣੀ ਪੜ੍ਹ ਪੜ੍ਹ ਕੇ ਆਪਣੇ ਨੂੰ ਵਿਚਾਰ ਵਿਚਾਰ ਕੇ ਫੋਕਸ ਕਰ ਕਰਕੇ ਬਾਣੀ ਨੂੰ, ਬਾਣੀ ਦੇ ਜਿਹੜੀਆਂ ਸ਼ਮਕਾਂ ਨੇ ਆਪਣੇ ਤੇ ਮਾਰ ਮਾਰ ਕੇ ਮੈਂ ਉਹ ਗਿਆਨ ਇਕੱਠਾ ਕੀਤਾ। ਤੇ ਇੱਕ ਗੁੱਸਾ ਲੱਖ ਮੜਿਆਂ ਕਰ ਏਕ ਠੇ ਏਕ ਰਤੀ ਲੈ ਪਾਹੇ। ਅੱਗ ਇੱਕ ਜਿਹੜੀ ਚੰਗਿਆਰੀ ਹੈ ਉਹ ਸਾਰੀ ਲੱਕੜੀ ਮੇਰੀ ਸਵਾਹ ਕਰ ਗਈ। ਰਤਨ ਗਿਆਨ ਸਭ ਕੋ ਹਿਰ ਲੀਨਾ, ਸਾਰਾ ਕੁਝ ਤੂੰ ਵਗ ਕੇ ਲੈ ਗਿਆ, ਹਿਰ ਕੇ ਲੈ ਗਿਆ। You snatched, you took away every molecule of sense, ਕਿਉਂਕਿ ਗੁੱਸੇ 'ਚ ਆਦਮੀ ਪਾਗਲ ਹੋ ਜਾਂਦਾ ਹੈ। ਸਿਆਣੇ ਕਹਿੰਦੇ ਤਾਂ ਸਿਓ ਕੱਛ ਨਾ ਬਸਾਈ। ਫਿਰ ਕਿਸੇ ਦੀ ਜਦੋਂ ਤੂੰ ਲੈ ਲੈਣਾ ਸਾਰਾ ਗਿਆਨ, ਫਿਰ ਕਿਸੇ ਦਾ ਵੱਸ ਹੀ ਨਹੀਂ ਚੱਲਦਾ। No one can approach you। ਹੋਰ ਤੇ ਹੋਰ ਜੋਗੀ ਜਤਨ ਕਰਤ ਸਭ ਹਾਰੇ। ਯੋਗੀਆਂ ਨੇ ਧਿਆਨ ਲਾ ਲਾ ਕੇ, ਤਪ ਕਰ ਕਰਕੇ ਤੈਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਗੁਣੀ ਰਹੇ ਗੁਣ ਗਾਈ, ਜਿਹੜੇ ਉਸਤਤ ਕਰਨ ਵਾਲੇ ਸਨ, ਕੀਰਤਨੀਏ ਕਹਿ ਲਈਏ ਆਪਾਂ ਜੀ, ਨਾਟ ਕੀਰਤਨੀ ਕੀਰਤਨੀਆ, ਜਿਹੜਾ ਕਹਿੰਦਾ ਜੀ ਮੈਂ ਤੇ ਹਰ ਵੇਲੇ ਅਕਾਲ ਪੁਰਖ ਦੀ ਉਸਤਤ ਕਰਦਾ, ਜਿਹੜਾ ਮਾਲਾ ਫੇਰੀ ਜਾਂਦਾ। ਤੇ ਉਹ ਇੱਕ ਕਹਾਣੀ ਸੁਣਾਉਂਦੇ ਹੁੰਦੇ ਸਨ ਛੋਟੇ ਹੁੰਦਿਆਂ, ਭਈ ਇੱਕ ਜਗਿਆਸੂ ਸੀ, ਉਹ ਇੱਕ ਬਾਬੇ ਕੋਲ ਚਲਾ ਗਿਆ। ਬਾਬਾ ਮਾਲਾ ਵੀ ਫੇਰਦਾ ਤੇ ਕਹਿੰਦਾ ਬਾਬਾ ਜੀ ਮਾਫ ਕਰਨਾ, ਤੁਹਾਡਾ ਨਾਮ ਕੀ ਹੈ? ਕਹਿੰਦੇ ਸੀਤਲ ਦਾਸ। ਬੜੇ ਪਿਆਰ ਨਾਲ ਕਹਿੰਦਾ। 2 ਮਿੰਟ ਬੀਤਦੇ, ਕਹਿੰਦਾ ਬਾਬਾ ਜੀ ਤੁਹਾਡਾ ਨਾਂ ਕੀ ਹੈ? ਉਹ ਫੇਰ ਕਹਿੰਦਾ ਸੀਤਲ ਦਾਸ। ਉਹ 10-15 ਵਾਰੀ ਜਿਸਲੇ ਪਹੁੰਚਦਾ ਨਾ ਤੇ ਉਹ ਕਹਿੰਦਾ ਤੈਨੂੰ 50 ਵਾਰੀ ਕਿਹਾ ਹੈ ਸੀਤਲ ਦਾਸ। ਕਹਿੰਦਾ ਮੈਂ ਹੀ ਦੇਖ ਰਿਹਾ ਸੀ ਸੀਤਲਤਾ ਕਿੰਨੀ ਹੈ। So that's the way it is। ਗੁਣੀ ਰਹੇ ਗੁਣ ਗਾਈ, ਉਹਨਾਂ ਨੇ ਵੀ ਕੰਟਰੋਲ ਨਹੀਂ ਕੀਤਾ, ਹੈ ਨਾ। ਹੁਣੇ ਪੜਿਆ ਸੀ ਅਸੀਂ ਕਿ ਨਿਤ ਕਰੋ ਨਿਰਤ ਕਰੋ ਜੈਸੇ ਤਥਾ ਮਰਕ ਜਥਾ ਮਰਕਟ। ਬਾਂਦਰਾਂ ਵਾਂਗੂ ਤੂੰ ਨਚਾਨਾ, ਜਿੱਦਾਂ ਮਦਾਰੀ ਬਾਂਦਰ ਨੂੰ ਨਚਾਉਂਦਾ ਨਾ, ਡੁਗਡੁਗੀ ਵਜਾਉਂਦਾ। ਗੁੱਸਿਆ ਤੂੰ ਏਦਾਂ ਮੈਨੂੰ ਨਚਾਨਾ। Have I ever thought about it? ਅਸੀਂ ਸਾਰੇ ਗੁੱਸੇ ਵਾਲੇ ਹਾਂ at one point or the other। ਅਸੀਂ ਵੀ ਸੋਚਦੇ ਹਾਂ ਕਦੀ ਕਿ ਜਿਸਲੇ ਮੈਂ ਗੁੱਸਾ ਬਣਾ ਹੋਵਾਂ, ਜਾਂ ਮੈਂ ਚਲੋ ਜੋ ਵੀ ਮੈਂ ਕਰਾਂ, ਪਰ ਜਿਸਲੇ ਮੈਂ ਸ਼ੀਸ਼ੇ ਅੱਗੇ ਖੜਾ ਹੋਵਾਂ, ਉਹਦੇ ਬਾਅਦ ਵਿੱਚ ਭਾਵੇਂ ਰਾਤੋਂ ਬਾਅਦ, 24 ਘੰਟਿਆਂ ਬਾਅਦ, 10 ਘੰਟਿਆਂ ਬਾਅਦ, 2 ਘੰਟਿਆਂ ਬਾਅਦ, ਘੰਟੇ ਬਾਅਦ, ਤੇ ਮੈਂ ਕਹਾਂ ਆ ਗਿਆ ਬਾਂਦਰਾ। How would that be? Next time, these are the ways to prevent। ਪਰ ਜਨ ਨਾਨਕ ਹਰ ਭਏ ਦਇਆਲਾ ਤਉ ਸਭ ਬਿਦ ਸੌਰੀ ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ, ਜਨ ਨਾਨਕ ਹਰ ਭਏ ਦਇਆਲਾ, ਦਇਆਲਾ ਤਉ ਸਭ ਬਿਦ ਬਨਾਈ। ਜੇ ਕਿਧਰੇ ਮਾਲਕ ਦਇਆਵਾਨ ਹੋ ਜਾਏ, ਮਾਲਕ ਦੀ ਮਿਹਰ ਹੋ ਜਾਏ, ਤੇ ਫੇਰ ਇਸ ਮਨ ਨੂੰ ਮੈਂ ਕਾਬੂ ਕਰ। ਹੁਣ
ਇਹ ਜਰਾ ਕੁ ਸੋਚਣ ਦੀ ਗੱਲ ਹੈ। ਇਹਦਾ ਮਤਲਬ ਹੈ ਕਿ ਮੈਂ ਸਾਧੋ ਇਹ ਮਨ ਗਹਿਓ ਨਾ ਜਾਈ, ਇਹ ਮੇਰੇ ਕੋਲੋਂ ਨਹੀਂ ਫੜ ਹੋਇਆ। ਇਹ ਕਿਉਂ ਨਹੀਂ ਫੜ ਹੋਇਆ? ਜਿਹੜੀ ਬਾਣੀ ਦੀ ਭਾਵਨਾ ਹੈ, ਹੁਣ ਮੇਰੇ ਵਰਗਾ ਇਹ ਸਮਝ ਲੈਂਦਾ ਬਸ ਜੀ ਮੇਰੇ ਤੇ ਮਿਹਰਬਾਨੀ ਹੋਏਗੀ ਤੇ ਠੀਕ ਹੈ, ਉਨੀ ਦੇਰ ਤੱਕ ਮੈਂ ਭਾਂਡੇ ਤੋੜੀ ਜਾਣਾ। ਯੂਜੂਅਲੀ ਜਿਹੜਾ ਸਾਡਾ ਟ੍ਰੈਂਡਿੰਗ ਥਾਟ ਹੈ ਉਹ ਇਹ ਹੁੰਦਾ ਕਿ ਜਿਸਲੇ ਮਾਲਕ ਮਿਹਰਬਾਨ ਹੋਏਗਾ ਜੀ। ਦੇਖੋ ਜੀ ਇਹ ਬਾਣੀ ਚ ਲਿਖਿਆ ਆਇਆ, ਮਾਲਕ ਮਿਹਰਬਾਨ ਹੀ ਨਹੀਂ ਹੋਇਆ ਹਾਲੇ। ਨਹੀਂ, ਜਿਸ ਵੇਲੇ ਗੁਰਬਾਣੀ ਦੇ ਵਿੱਚ ਇਹ ਲਿਖਿਆ ਹੈ, ਜਿੱਥੇ ਵੀ ਲਿਖਿਆ ਕਿ ਜਦੋਂ ਰੱਬ ਜੀ ਮਿਹਰਬਾਨ ਹੋਏ, ਮਤਲਬ ਕਿ ਮੇਰਾ ਉਸ ਮਿਹਰਬਾਨੀ ਵੱਲ ਧਿਆਨ ਗਿਆ। In the absentia of that thought, ਮੈਂ ਕੀ ਕਰ ਰਿਹਾ? ਮੈਂ ਆਪਣੇ ਯਤਨ ਕਰ ਰਿਹਾ। ਮੈਂ ਸਾਈਕੈਟ੍ਰਿਸਟ ਕੋਲ ਜਾਣਾ, ਮੈਂ ਬਾਬਿਆਂ ਕੋਲ ਜਾਣਾ ਮੱਥਾ ਟਿਕਾਣ ਜੀ, ਇਹਨਾਂ ਦਾ ਗੁੱਸਾ ਬੜਾ ਹੈ, ਬੜਾ ਚੰਡਾਲ ਹੈ ਜੀ, ਇਹ ਦੇਖੋ ਆਪਣਾ ਹੱਥ ਪਾੜ ਲਿਆ ਨੇ, ਇਹਨੇ ਆਪਣਾ ਸਿਰ ਪਾੜ ਲਿਆ, ਇਹ ਜੀ ਇਹਨੂੰ ਏਦਾਂ ਲੱਗਦਾ ਭੂਤ ਆ ਗਿਆ, ਕੋਈ ਪਰਛਾਵਾਂ ਆ ਗਿਆ, ਕੋਈ ਹਵਾ ਆ ਗਈ ਹੈ। ਇਹ ਸਾਰੇ ਮੇਰੇ ਯਤਨ ਨੇ। ਜਿਸਲੇ ਮੈਂ ਪਾਤਸ਼ਾਹ ਨੂੰ ਕਹਿਣਾ ਕਿ ਸਿੱਖੀ ਦਾਨ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਭਰੋਸਾ ਦਾਨ ਕੀ ਹੈਗਾ? ਮੈਨੂੰ ਇਹ ਯਕੀਨ ਹੋਵੇ ਕਿ ਤੂੰ ਮੇਰੇ ਕੋਲ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਰਾਖਾ ਸਭਨੀ ਥਾਂ। ਕਿਹੜੀ ਥਾਂ? फर्स्ट फ्लोर, सेकंड फ्लोर, काउच, जमीन, और मेरी स्टेट ऑफ माइंड जे मैनू गुस्सा चढ़िया ते तां भी ते तू रख ना मैनू। जिहड़ी आपां हुणे गल कीती, इफ आई अंडरस्टैंड कि मेरी स्टेट ऑफ माइंड खराब हो जाती है व्हेन आई गो इन फ्रंट ऑफ शीशा ते आई से कि यार पातशाह मैं तेरा नाम रोशन कर रहा, मैं कामना अधीन तेरा नाम रोशन कर रहा, मैं कामी नजर दे नाल तेरा नाम रोशन कर रहा, मैं गुस्से दे विच तेरा नाम रोशन कर रहा, तेरा पुत अखवाना वा मैं अटैच्ड हाँ, मरिया पिया अटैचमेंट दे विच, मैनू न्याणे थू थू करदे मैं तां वी अटैच्ड हाँ। Am I still yours? Do I have an established relation? हाँ, मैं इस तरह जदों मैं अपने आप वननेस अदरनेस ख्याल रखांगा, दूजा भाव, ते फिर मैनू समझ आ जाएगी कि मेरा मालक मेरे ते किद्दां मेहरबान होवे, हर भय दयाला। जदों मेरा रब मेरे ते मेहरबान हो गया तो सब बिद बन आए। फिर मेरा सारे जिहड़े ना सारियां बिदां मेरियां बन आन, मीनस फिर मैनू सारियां टैक्टिक्स ही याद आ जाणगियां ऑलवेज। हाले मैनू पता भी गुस्सा आवे ते कॉशियस होना, पर उसले मोया नू याद रहिंदा। ਇਹਦੇ ਚ ਨਾ ਐਂਗਰ ਮੈਨੇਜਮੈਂਟ ਦੇ ਵਿੱਚ ਸਾਈਕੋਲੋਜੀ ਚ ਪੜਾਉਂਦੇ ਆ ਵੀ ਬਿਹੇਵੀਅਰਲ ਸਾਇੰਸ, ਵੀ ਤੁਸੀਂ ਏਦਾਂ ਕਰੋ, ਸਰਾਣੇ ਨੂੰ ਮਾਰੋ, ਤੁਸੀਂ ਐਨਾਲਿਸਿਸ ਕਰੋ ਵੀ ਕਿੱਥੋਂ ਗੁੱਸਾ ਆਇਆ। ਜਿਹੜਾ ਗੁੱਸੇ ਵਾਲਾ ਬਾਅਦ ਚ ਸੋਚਦਾ, ਕਹਿੰਦਾ ਯਾਰ ਜਿਹੜੇ ਗੁੱਸਾ ਆ ਗਿਆ ਉਸਲੇ ਕਿੱਥੋਂ ਐਨਾਲਿਸਿਸ ਕਰਾਂ, ਉਸਲੇ ਤੇ ਜੇ ਐਨਾਲਿਸਿਸ ਸਾਹਮਣੇ ਦੇਗਾ ਕੋਈ ਉਹਨੂੰ ਪਾੜ ਕੇ ਛੱਡ ਦੇਣਾ। ਗੁੱਸਾ ਮੇਰਾ ਬੜਾ ਝੰਡਾਲ ਹੈ ਜੀ, पर जे किधरे मेरा रब मेहरबान होवे मेरे ते, वो कहे नहीं है मेरा पुत्र है, वो थॉट जिहड़ी है ना, वो आए झरोखे खोले बारी, वो एक थॉट सुट देगा मेरे अंदर, ओए गुस्सा नहीं करना, ओए बाणी पढ़, ओए मूल मंत्र दा जाप कर। इत्थों स्टार्ट करांगा ते हौली हौली I'd be able to control. It's my own feeling. It could be varied implicably with different people, but regardless, isn't it Bani kinni pyari hai Guru Sahib? Anyone wants to say some? फिर आप आगे चलिए।
ਅਸੀਂ ਬਾਕੀ ਤੁਸੀਂ ਸਾਰੇ ਦੂਜੀ ਸਲਾਹ ਲੈ ਲਓ ਤੇ ਫਿਰ ਰਾਹੁਲ ਨੂੰ ਦੇ ਦਿਓ ਕਮੈਂਟ ਇੱਕ। ਹਾਂਜੀ ਹਾਂਜੀ ਲਓ ਨਾ ਹੈਂ, ਤੁਸੀਂ। ਦੂਜਿਆਂ ਵੀਰਾਂ ਭੈਣਾਂ ਨੂੰ ਪਹਿਲ ਦਿਓ ਤੇ ਸਾਡੀ ਤੇ ਸਾਡੀਆਂ ਦੀ ਬਾਅਦ ਚ ਵਾਰੀ ਆ ਜਾਏਗੀ। ਨਹੀਂ ਹੁਣ ਕੋਈ ਬੋਲਦਾ ਨਹੀਂ ਤੇ ਫਿਰ ਨਾ ਸਹੀ। ਅੱਛਾ ਫਿਰ ਮੈਂ ਵਾਰੀ ਲੈ ਲਾਂ। ਵਾਰੀ ਕਿਉਂ, ਤੁਸੀਂ ਮਾਈਕ ਲੈ ਲਿਆ ਜੀ, ਐਸੀ ਕਿਹੜੀ ਗੱਲ। ਹਾਂ ਨਹੀਂ ਪੁੱਛਣਾ ਵੀ ਨਾ ਵੱਡੇ ਬੰਦਿਆਂ ਤੋਂ, ਉਹਨਾਂ ਮੁੜ ਕੇ ਝਿੜਕੀ ਵੀ ਦਿੰਦੇ ਝੱਟ ਹੀ। ਹਾਂਜੀ ਵੱਡੇ ਬੰਦੇ ਉਹ ਬੋਲ ਪਵੋ, ਨਹੀਂ ਤੇ ਵੱਡੇ ਬੰਦੇ ਤੇ ਕੂੰਦੇ ਹੀ ਨਹੀਂ ਹੈਗੇ, ਕਰੀਏ ਕੀ ਅਸੀਂ। ਅੱਛਾ ਇਹ ਸ਼ਬਦ ਬੜਾ ਨਜ਼ਾਰੇ ਵਾਲਾ ਵਾ ਤੇ ਕਿਆ ਬਾਤ ਨਾ ਐ ਬਸ ਨਾ। ਤੇ ਗੁਰੂ ਸਾਹਿਬ ਨੇ ਕਿਹਾ ਵੀ ਸਾਧੂ ਇਹ ਮਨ ਕਹਿਓ ਨਾ ਜਾਏ। ਅੱਛਾ ਹੁਣ ਇਹ ਜਿਹੜਾ ਮਨ ਆ ਇਹਨੂੰ ਰੋਕਿਆ ਨਹੀਂ ਜਾ ਸਕਦਾ। ਗਹਿ ਮੀਨ ਇਹਨੂੰ ਕਿੱਦਾਂ ਰਿਸਟ੍ਰਿਕਟ ਕੀਤਾ ਜਾਵੇ। ਅੱਛਾ ਹੁਣ ਮਨੁੱਖ ਦੇ ਅੰਦਰ ਇੱਕ ਰੈਸਲਿੰਗ ਮੈਚ ਜਿਹੜਾ ਚੱਲਦਾ। ਅੱਛਾ ਇੱਕ ਤੇ ਇਹਦਾ ਮਨੁੱਖ ਦੇ ਵਿੱਚ ਇੱਕ ਸਿਆਣਾ ਮਨ ਆ, ਇੱਕ ਇਹਦਾ ਮੂਰਖ ਮਨ ਆ। ਪਰ ਜਿਹੜਾ ਆਮ ਕਰਕੇ 99% ਜਿਹੜਾ ਮਨ ਆਪਰੇਟ ਕਰਦਾ ਉਹ ਮੂਰਖ ਮਨ ਹੀ ਡੋਮੀਨੇਟ ਕਰਦਾ। ਸਿਆਣਾ ਮਨ ਤੇ ਕਦੀ ਕਦੀ ਖੇੜੇ ਚ ਆਉਂਦਾ ਵਾ। ਪਰ ਇਹ ਜਿਹੜਾ ਸਿਆਣਾ ਮਨ ਹੈ ਇਹਨੂੰ ਵੀ ਅਵੇਅਰਨੈਸ ਵਿੱਚ ਲਿਆ ਕੇ ਤੇ ਇਹਨੂੰ ਫੁੱਲ ਟਾਈਮ ਵੀ ਇਹਨੂੰ ਇਨਵੋਲਵ ਕੀਤਾ ਜਾ ਸਕਦਾ ਵਾ। ਪਰ ਮਨੁੱਖ ਇੰਨਾ ਬਿਜੀ ਆ ਆਪਣੀਆਂ ਤ੍ਰਿਸ਼ਨਾਵਾਂ ਦੇ ਵਿੱਚ ਤੇ ਉਧਰ ਨੂੰ ਚੱਲਦਾ ਨਹੀਂ। ਹੁਣ ਇਹ ਜਿਹੜਾ ਰੈਸਲਿੰਗ ਮੈਚ ਆ ਤੇ ਜਿਹੜਾ ਅਟੈਕਿੰਗ ਮੋਡ ਆ ਇਹਦੇ ਵਿੱਚ ਮਨ ਦੇ ਕੋਲ ਅਟੈਕਿੰਗ ਮੋਡ ਨੇ। ਅੱਛਾ ਹੁਣ ਤ੍ਰਿਸ਼ਨਾ ਵੀ ਇਹਦੀ ਸਪੋਰਟ ਕਰਦੀ ਆ, ਤ੍ਰਿਸ਼ਨਾ ਵੀ ਇਹਨੂੰ ਫੀਡ ਕਰਦੀ ਹੈ। ਹਾਂਜੀ ਫੇਰ ਦੇਖੋ ਵੀ ਜਦੋਂ ਇਹਦੀ ਤ੍ਰਿਸ਼ਨਾ ਬੁਲੰਦੀ ਤੇ ਪਹੁੰਚਦੀ ਆ ਤੇ ਉਹਨੂੰ ਇਹ ਕਿਸ ਹੱਦ ਤੱਕ ਉਹਨੂੰ ਕੰਪਲਿਸ਼ ਨਹੀਂ ਕਰਦਾ ਜਾਂ ਫੁੱਲਫਿਲਮੈਂਟ ਨਹੀਂ ਇਹ ਮਨ ਦੀ ਹੁੰਦੀ ਤੇ ਫਿਰ ਇਹਦੀ ਜਿਹੜੇ ਨਾ ਫਿਰ ਬਾਹਰ ਫਿਰ ਮਨ ਨੂੰ ਦੇਖਿਆ ਜਾ ਸਕਦਾ ਮਨੁੱਖ ਦੇ ਚਿਹਰੇ ਤੋਂ ਜਦੋਂ ਉਹ ਕ੍ਰੋਧ ਦਾ ਇਜ਼ਹਾਰ ਕਰਦਾ। ਅੱਛਾ ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਹੁਣ ਜਿਹੜਾ ਮੈਚ ਆ ਇਹਦੇ ਵਿੱਚ ਜਿਹੜੇ ਮੇਰੇ ਡਿਫੈਂਸ ਨੇ ਰਤਨ ਗਿਆਨ, ਪ੍ਰੈਸ਼ੀਅਸ ਨੌਲੇਜ, ਵਿਜ਼ਡਮ ਔਰ ਸੁਪਰੀਮ ਵਿਜ਼ਡਮ ਜਿਹੜੀ ਆ ਉਹ ਮੇਰੇ ਹੈਗੇ ਨੇ। ਹੋਰ ਜਿੱਦਾਂ ਜੋਗੀ ਜਤਨ ਕਰਤ ਸਭ ਹਾਰੇ। ਹੁਣ ਜੋਗੀ ਜਿਹੜੇ ਸੀ ਉਹ ਕਹਿੰਦੇ ਸੀ ਵੀ ਅਸੀਂ ਪਰਿਵਾਰ ਚ ਰਹਿੰਦੇ ਆ ਤੇ ਇਹ ਜਿਹੜਾ ਪਰਿਵਾਰ ਆ ਇਹ ਜਾਬਿਆ, ਇਹਨੂੰ ਛੱਡ ਕੇ ਤੇ ਤੁਸੀਂ ਜੰਗਾਂ 'ਚ ਚਲੇ ਜਾਓ। ਤੇ ਉੱਥੇ ਵੀ ਜਾ ਕੇ ਮਨ ਦੇ ਜਿਹੜੇ ਹਮਲੇ ਸੀ ਜਾਂ ਜਿਹੜੇ ਅਟੈਕ ਹੁੰਦੇ ਸੀ ਮਨ ਤੋਂ, ਉਹ ਤੋਂ ਵੀ ਨਾ ਬਚ ਸਕੇ। ਤੇ ਜਿਹੜੇ ਲੋਕੀ ਸਾਡੇ ਵਰਗੇ ਗੁਣੀ ਨੇ, ਗੁਣ ਗਾਉਂਦੇ ਨੇ ਪਰਮਾਤਮਾ ਦੀ, ਮਾਈਂਡ ਜਿਹੜੇ ਨੇ ਨਾ ਉਹਨੇ ਮਾਈਂਡ ਨੇ ਹਰ ਚੀਜ਼ ਨੂੰ ਡਿਫੀਟ ਕਰ ਦਿੱਤਾ। ਅੱਛਾ ਹੁਣ ਕਿਹੜੀ ਚੀਜ਼ ਹੈ ਜਿਹੜੀ ਮਾਈਂਡ ਨੂੰ ਡਿਫੀਟ ਕਰਦੇ? ਜਦੋਂ ਤੁਹਾਡਾ ਕੰਪੀਟੀਟਰ ਇਜ਼ ਸਟਰੋਂਗਰ ਦੈਨ ਯੂ and what you have to do to defeat the strongest competitor, which is the mind. Okay, so ਜਦੋਂ ਮਨੁੱਖ ਜਿੱਦਾਂ ਕਹਿੰਦੇ ਜਨ ਨਾਨਕ ਹਰ ਭੈ ਦਿਆਲਾ ਤਾਂ ਸਭ ਵਿਦ ਬਣਾਈ। ਫਿਰ ਮਨੁੱਖ ਨੂੰ ਨਾ ਇੱਕ ਤਰੀਕਾ ਜਾਂ ਵਿਧੀ ਆਉਂਦੀ ਹੈ ਤੇ ਇਹਨੂੰ ਡਿਫੀਟ ਕਿੱਦਾਂ ਕਰਨਾ ਵਾ। ਇਹ ਨਹੀਂ ਕਿ ਇਟਸ ਨਾਟ ਅਨਡਿਫੀਟੇਬਲ, ਮਾਈਂਡ ਕੈਨ ਬੀ ਡਿਫੀਟਡ। ਪਰ ਉਹ ਜਦੋਂ ਮਨੁੱਖ ਜਦੋਂ ਉਸ ਅਵਸਥਾ ਦੇ ਵਿੱਚ ਜਾਂਦਾ ਵਾ ਜਿੱਥੇ ਜਿੱਦਾਂ ਆਪਾਂ ਕਹਿੰਦੇ ਨਾ ਆਈ ਵਾਸ ਥਿੰਕਿੰਗ ਅਬਾਊਟ ਯੂ, ਵੀ ਲਵ, ਜਿਹੜੇ ਸਾਡੇ ਲਵ ਆ ਜਿਹਨਾਂ ਨੂੰ ਸਾਨੂੰ ਪਿਆਰ ਕਰਦੇ ਆ, ਸਾਡੇ ਜੀਏ ਜਾਨ ਤੇ ਸਾਡੇ ਭੈਣ ਭਰਾ, ਸਹੀ ਕਹਿੰਦੇ ਆਈ ਵਾਸ ਥਿੰਕਿੰਗ ਅਬਾਊਟ ਯੂ, ਆਈ ਵਾਸ ਰਿਮੈਂਬਰਿੰਗ ਯੂ। ਓਕੇ, ਸੋ ਸਿਮਿਲਰਲੀ ਜਦੋਂ ਮਨੁੱਖ ਪਰਮਾਤਮਾ ਬਾਰੇ ਥਿੰਕ ਕਰਦਾ ਵਾ, ਪਰਮਾਤਮਾ ਨੂੰ ਰਿਮੈਂਬਰ ਕਰਦਾ ਵਾ, ਪਰਮਾਤਮਾ ਦੀ ਫੀਲਿੰਗ 'ਚ ਰਹਿੰਦਾ ਵਾ ਤੇ ਫਿਰ ਇਹ ਤੇ ਨਾ ਉਸ ਟਾਈਮ ਤੇ ਜਿਹੜਾ ਹਾਰਿਆ ਨਾ ਉਹ ਦਿਆਲਾ ਹੋਇਆ ਹੁੰਦਾ। ਜਾਂ ਨਾਨਕ ਹਰ ਭੈ ਦਿਆਲਾ ਤਾਂ ਸਭ ਬਿਦ ਬਣਾਈ। ਫਿਰ ਇਹਨੂੰ ਉਹ ਤਰੀਕਾ ਆਉਂਦਾ ਵਾ ਮਨ ਨੂੰ ਕਿੱਦਾਂ ਡਿਫੀਟ ਕਰਨਾ ਵਾ। ਅਦਰਵਾਈਜ਼ ਮਾਈਂਡ ਕੈਨ ਨਾਟ ਬੀ ਡਿਫੀਟਡ। ਮਾਈਂਡ ਕੈਨ, ਹੁਣ ਚਲੋ ਸਾਡੇ ਕੋਲ ਗਿਆਨ ਵੀ ਹੈਗਾ, ਨੌਲੇਜ ਵੀ ਹੈਗਾ ਵਾ, ਸਾਡੇ ਕੋਲ ਅਸੀਂ ਸ਼ਬਦ ਵੀ ਗਾਉਂਦੇ ਆ, ਹਾਂਜੀ, ਤੇ ਹੋਰ ਕਿੰਨਾ ਕੁ ਸਾਡੀ ਅਸੀਂ ਸਿਫਤ ਸਲਾਹ ਵੀ ਕਰਦੇ ਆ। ਪਰ ਜਦੋਂ ਅਸੀਂ ਅਵੇਅਰਨੈਸ ਦੇ ਵਿੱਚ ਨਹੀਂ ਨਾ ਹੈਗੇ, ਜਦੋਂ ਪਰਮਾਤਮਾ ਦੀ ਫੀਲਿੰਗ ਤੇ ਉਹਦੀ ਹਜ਼ੂਰੀ ਦੇ ਵਿੱਚ ਨਹੀਂ ਨਾ ਹੈਗੇ,
ਤੇ ਫਿਰ ਮਨ ਨੇ ਤਬਾਹੀ ਮਚਾਉਣੀ ਹੈ ਤੇ ਇਹਨੇ ਤੋੜ ਫੋੜ ਭੰਨ ਤੋੜ ਕਰਕੇ ਤੇ ਫਿਰ ਗਾਂਹ ਜਾਂਦਾ ਤੇ ਫਿਰ ਕਹਿੰਦਾ ਉਹ ਫਿਰ ਪਤਾ ਲੱਗਦਾ। ਹੁਣ ਇਹ ਹੈ ਵੀ ਜਦੋਂ ਮਨੁੱਖ ਤੇ ਰੱਬ ਦੀ ਕਿਰਪਾ ਹੁੰਦੀ ਆ ਤੇ ਇਹ ਹੁੰਦਾ ਵੀ ਇਹ ਮਨੁੱਖ ਇੱਕ ਅਵੇਅਰਨੈਸ ਵਿੱਚ ਹੁੰਦਾ। ਜਦੋਂ ਅਵੇਅਰਨੈਸ ਵਿੱਚ ਹੁੰਦਾ ਵਾ ਤੇ ਇਹਦੀ ਜੀ ਸਪੋਰਟ ਦੇ ਵਿੱਚ ਜਿਹੜੀ ਸੁਪਰੀਮ ਵਿਜ਼ਡਮ ਆ ਉਹ ਇਹਦੇ ਨਾਲ ਖੜੀ ਹੁੰਦੀ ਆ ਤੇ ਫਿਰ ਉਹ ਮਨ ਦੇ ਗੋਡਿਆਂ ਨੂੰ ਆਉਂਦੇ ਨੇ, ਫਿਰ ਮਨ ਨੂੰ ਨਹੀਂ ਉੱਠਣ ਦਿੰਦੇ। ਮੈਂ ਖਾਲਸਾ ਜੀ। ਕਿਆ ਬਾਤ ਹੈ। ਕਿਰਪਾ, ਉਹਦੀ ਅਵੇਅਰਨੈਸ, ਉਹਦੀ ਉਂਗਲੀ, ਉਹਦੀ ਹਾਜ਼ਰੀ, ਉਹਦੀ ਹਜ਼ੂਰੀ, ਇਹ ਫੇਥ ਕਿ ਤੂੰ ਹੈ, ਸਭ ਤੇਰੀ ਰਜ਼ਾ ਹੈ। ਉਹ ਇੱਕ ਗੱਲ ਚੇਤੇ ਆ ਗਈ ਸੀ, ਕਹਿੰਦੇ ਵੀ ਕਈ ਵਾਰੀ ਨਾ ਜਦੋਂ ਉਹ ਕਹਿੰਦੇ ਨਾ ਕਾਰ ਸਿੰਘ ਜੀ ਗੱਲ ਕਰ ਰਹੇ ਸੀ ਵੀ ਚੇਤੇ ਆਉਂਦਾ ਹੈ ਕੋਈ ਬਿਲਵਡ ਵਨਸ ਔਰ ਲਵਡ ਵਨਸ, ਤੇ ਉਹ ਕਈ ਵਾਰੀ ਸਿੰਪਟੋਮੈਟਿਕ ਹੁੰਦਾ ਸੀ। देयर यूज्ड टू बी ओमेन्स कि जे उबासी आई है तो कोई याद आया है, जे अंगड़ाई आई है तो कोई याद आया है। ते ਉਹਦੇ ਚ ਇੱਕ ਸ਼ਾਇਰ ਨੇ ਕਿਹਾ, ਕਹਿੰਦਾ ਵੀ ਪਹਿਲੀ ਆਈ ਅੰਗੜਾਈ ਤੇ ਇੰਜ ਦਿਸਿਆ, ਚੰਨ ਮਾਹੀ ਦਾ ਯਾਦ ਪਿਆਰ ਆਇਆ। ਤੇ ਕਹਿੰਦਾ ਦੂਜੀ ਆਈ ਅੰਗੜਾਈ ਉਬਾਸੀ ਦੇ ਨਾਲ, ਨਾਲੇ ਅੰਗੜਾਈ ਆ ਗਈ ਨਾਲੇ ਉਬਾਸੀ ਆ ਗਈ, ਸੋਨੇ ਦੇ ਸੁਹਾਗਾ। ਕਹਿੰਦਾ ਮਾਹੀ ਅੱਖਾਂ ਚ ਬਨ ਕੇ ਖੁਮਾਰ ਆਇਆ। ਤੀਜੀ ਆਈ ਅੰਗੜਾਈ ਤੇ ਕਿਹਾ ਦਿਲ ਨੇ ਹੁਣੇ ਆਇਆ ਕਿ ਆਇਆ, ਵੀ ਇੰਨੇ ਇਹੋ ਜਿਹਾ ਸਿੰਪਟਮ ਤੇ ਕਦੀ ਹੋਇਆ ਨਹੀਂ ਵੀ ਅੰਗੜਾਈ ਤੇ ਅੰਗੜਾਈ ਆ ਜਾਣ, ਹੁਣ ਤੇ ਆਏ ਵੀ ਆਈ। ਤੀਜੀ ਆਈ ਅੰਗੜਾਈ ਤੇ ਕਿਹਾ ਦਿਲ ਨੇ ਹੁਣੇ ਆਇਆ ਕਿ ਆਇਆ, ਦਿਲਦਾਰ ਆਇਆ। ਕਹਿੰਦਾ ਬੂਹਾ ਹਿੱਲਣਾ ਸੀ ਜਿਸਮ ਹਿੱਲ ਪਿਆ, ਆਇਆ ਕਾਂਬਾ ਤੇ ਨਾਲੇ ਬੁਖਾਰ ਆਇਆ, ਕਿਉਂਕਿ ਉਹਦੇ ਵੀ ਸਿੰਪਟਮਸ ਸੇਮ ਨੇ। ਜਸਟ ਅ ਜੋਕ। ਬੁਖਾਰ ਤੋਂ ਪਹਿਲਾਂ ਵੀ ਫਲੂ ਦੇ ਸਿੰਪਟਮਸ। ਗੌੜੀ ਮੇਲਾ ਨਵਾਂ साधो गोविंद के गुण गावो, मानस जन्म अमोलक पायो, बिरथा काहे गवावो। रहा साधो गोविंद के गुण गावो, मानस जन्म अमोलक पायो, बिरथा काहे गवावो। रहा पतित पुनीत दीन बंद हर, शरण ताहे तुम आवो, गज को त्रास मिट्यो जय सिमरत, गज को त्रास मिट्यो जय सिमरत, तुम काहे बिसरावो, तुम काहे बिसरावो। तज अभिमान मोह माया फुन, भजन राम चित लावो, नानक कहत मुक्त पंथ एह, गुरमुख होए तुम पाओ। है ओदा जवाब भी देता, जुगत किए ये मन गहे हो ना जाए। किन्नी कैन आई इमेजिन ਉਹ ਸਟੇਟ ਆਫ ਮਾਈਂਡ ਮਾਲਕ ਦੀ ਜਿਸ ਵੇਲੇ ਬੈਠ ਕੇ ਇਹ ਸਾਰਾ ਕੁਝ ਲਿਖਿਆ। ਈਦਰ ਦੈਟ ਪੁਆਇੰਟ ਹੋ ਸਕਦਾ ਔਰ ਜਿਸ ਵੇਲੇ ਕੰਪਾਈਲ ਕੀਤਾ ਗਿਆ ਗੁਰੂ ਗ੍ਰੰਥ। ਪਰ ਕਿੰਨੀ ਤਰਤੀਬ ਜਿਹੀ ਹੈਗੀ ਹੈ, ਸੀਕੁਐਂਸ਼ਲ ਕਿੰਨਾ ਹੈ।
ਤੇ ਅਸੀਂ ਇਹਨਾਂ ਕਲਾਸਾਂ 'ਚ ਇਹੀ ਗੱਲ ਦ੍ਰਿੜ ਕਰਾਈ ਵੀ ਰੈਫਰੈਂਸ ਟੂ ਦੀ ਕੰਟੈਕਸਟ ਜ਼ਰੂਰ ਦੇਖਿਆ ਕਰੀਏ ਜਦੋਂ ਵੀ ਰੱਬ ਜੀ ਦੀ ਗੱਲ ਕਰੀਏ। ਸਾਧੋ ਗੋਬਿੰਦ ਕੇ ਗੁਣ ਗਾਓ, ਗਏ ਹੋ ਨਾ ਜਾਈ, ਤੂੰ ਰੱਬ ਰੱਬ ਕਰਨਾ ਸ਼ੁਰੂ ਕਰ ਦੇ। ਇਹ ਗੁਣ ਗਾਉਣਾ ਕੀ ਹੈ? ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬੇਖਪ ਹੈ। ਹਰ ਜਨ ਗੁਣ ਗਾਵਤ ਹੱਸਿਆ। ਲੈ, ਇਹ ਗਾਉਣੇ ਤੋਂ ਭਾਵ ਹੈ ਮੈਂ ਗਾਵਾਂਗਾ ਕਿਹਨੂੰ? ਜਦੋਂ ਮੇਰੇ ਜ਼ਿਹਨ 'ਚ ਕੋਈ ਗੱਲ ਹੋਏਗੀ, ਜਦੋਂ ਮੈਂ ਸਪੀਚ ਦਿਆਂ ਜਾਂ ਮੈਂ ਜਦੋਂ ਗਾਵਾਂ ਤੇ ਮੈਨੂੰ ਪਤਾ ਹੁੰਦਾ ਵੀ ਇਹ ਟਿਊਨ ਹੈ, ਇਸਦਾ ਮੈਂ ਫੋਲੋ ਕਰਨਾ ਹੈ, ਇਹ ਅਲਫਾਜ਼ ਨੇ ਇੱਥੇ ਮੈਂ ਪਾਣੇ। ਅਵੇਅਰਨੈਸ ਦੇ ਵਿੱਚ ਉਹਦੀ ਹੋਂਦ ਜਦੋਂ ਮੇਰੀ ਅਵੇਅਰਨੈਸ 'ਚ ਹੈ ਤੇ ਉਹਦੇ ਗੁਣ ਮੇਰੇ ਅਵੇਅਰਨੈਸ 'ਚ ਨੇ। ਮੈਂ ਉਹਨਾਂ ਗੁਣਾਂ ਨੂੰ ਇਨਕਲਕੇਟ ਕਰਨਾ ਗਾਉਣਾ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀ, ਸਭ ਅਵਗੁਣ ਮੈਂ ਗੁਣ ਨਹੀਂ ਕੋਏ। ਮੇਰੇ ਕੋਲ ਕੋਈ ਗੁਣ ਨਹੀਂ ਹੈਗਾ ਤੇਰੇ ਵਰਗਾ, ਮੈਂ ਸਿਰਫ ਅਵਗੁਣਾਂ ਦਾ ਭਰਿਆ ਹੋਇਆ। ਪਰ ਮੇਰੇ ਕੋਲ ਇਹ ਸਮਝ ਜ਼ਰੂਰ ਹੈਗੀ ਕਿ ਮੈਂ ਤੇਰੇ ਗੁਣ ਗਾਵਾਂ। ਮੈਂ ਉਹ ਬੱਚਾ ਕਿਉਂ ਨਹੀਂ ਬਣਿਆ ਅੱਜ ਤੱਕ? ਮਾਫ ਕਰਨਾ, ਜਿਹੜੇ ਬਣ ਗਏ ਉਹਨਾਂ ਨੂੰ ਮੁਬਾਰਕ ਹੈ। ਜਿਨ੍ਹਾਂ ਨੂੰ ਮਾਂ ਨੇ ਮਾਰਿਆ, ਗੁੱਸੇ 'ਚ ਬੜਾ ਡਾਂਟਿਆ, ਉਹ ਡਸਕੋਰੇ ਲੈ ਰਹੇ ਨੇ, ਭੁੱਬਾਂ ਮਾਰ ਕੇ ਰੋ ਰਹੇ ਨੇ, ਪਰ ਮਾਂ ਦੀ ਲੱਤ ਨਹੀਂ ਛੱਡਣਾ ਚਾਹੁੰਦੇ। ਹੋਇਆ ਨਾ? ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਪਤਾ ਹੈ, ਪਿਓਆਂ ਨੂੰ ਵੀ ਪਤਾ ਹੈ, ਜੇ ਪਿਓ ਨੇ ਕੁੱਟਿਆ ਜਾਂ ਗੁੱਸਾ ਕੀਤਾ, ਗਰਾਊਂਡ ਕੀਤਾ, ਤੇ ਉਹ ਮਾਂ ਦੇ ਕੋਲ ਚਲੇ ਗਏ ਨੇ। ਮੈਂ ਉਹ ਕਦੀ ਬਣਿਆ? ਮੈਂ ਤੇ ਉਹ ਜੀ ਰੱਬ ਨੇ ਪਤਾ ਨਹੀਂ, ਅਸੀਂ ਰੱਬ ਦਾ ਕੀ ਵਿਗਾੜਿਆ ਜੀ। ਅਸੀਂ ਬੜੇ ਬੜੇ ਭੈੜੇ ਅਲਫਾਜ਼ ਵਰਤਦੇ ਹਾਂ। ਅਸੀਂ ਕਿਹੜੇ ਰੱਬ ਦੇ ਮਾਂ ਮਾਰੇ ਆ ਜੀ, ਅਸੀਂ ਤੇ ਪਤਾ ਨਹੀਂ ਰੱਬ ਨੂੰ ਕੋਈ ਰਿਸ਼ਵਤ ਦੇ ਕੇ ਆਏ ਨੇ ਲੋਕ, ਏਦਾਂ ਦੇ ਲਫ਼ਜ਼ ਵਰਤਦੇ ਹਾਂ ਅਸੀਂ। ਉਹ ਭਈ ਮੇਰਾ ਪਿਓ ਹੈ, ਹੀ ਨੋਜ਼ ਬੈਟਰ। ਸੋ ਇਸ ਕਰਕੇ ਮੇਰੇ ਮਨਾ, ਓਏ ਮੇਰੇ ਸੱਜਣੋ, ਓ ਮੇਰੇ ਪਿਆਰਿਓ, ਗੋਬਿੰਦ ਕੇ ਗੁਣ ਗਾਓ। ਇੱਥੇ ਕਿਉਂਕਿ ਤੀਸਰੀ ਥਰਡ ਪਰਸਨ ਹੈ, ਮੁਖਾਤਬ ਹੈ, ਇਸ ਕਰਕੇ ਗਾਵੋਂ ਨਹੀਂ ਪੜ ਸਕਦੇ, ਇਹ ਪਰਸੋਨੀਫਿਕੇਸ਼ਨ ਨਹੀਂ ਹੈ। ਸੋ ਸਾਧੋ ਗੋਬਿੰਦ ਕੇ ਗੁਣ ਗਾਵੋ, ਓਏ ਮਾਲਕ ਦੇ ਗੁਣਾਂ ਨੂੰ ਗਾਓ, ਇੰਨਾ ਗਾਓ ਕਿ ਤੇਰੀ ਮੈਲ ਹੀ ਮੁੱਕ ਜਾਏ। ਮਾਨਸ ਜਨਮ ਕਦੀ ਸੋਚਿਆ? ਮਾਨਸ ਜਨਮ ਅਮੋਲਕ ਪਾਇਓ, ਵੱਡਮੁੱਲਾ ਜੀਵਨ ਹੈ, ਬਿਰਥਾ ਕਾਹੇ ਗਵਾਓ। ਤੂੰ ਇਹਨੂੰ ਅਜਾਈ ਗਵਾ। ਹੁਣ ਕਿਹੜੇ ਕਿਹੜੇ ਕੰਮ ਨੇ ਜਿਹੜੇ ਮੇਰੇ ਜਨਮ ਨੂੰ ਬਿਰਥਾ ਗਵਾਉਣ ਲਈ ਹੈਲਪ ਕਰਨਗੇ, ਕੰਟਰੀਬਿਊਟ ਕਰਨਗੇ? ਕਿਹੜੇ ਫੈਕਟਰਸ ਨੇ ਜਿਹੜੇ ਮੇਰੀ ਸੋਚ ਨੂੰ ਡਾਇਰੈਕਸ਼ਨ ਦੇਣਗੇ, ਡਾਇਰੈਕਟ ਕਰਨਗੇ, ਸਟੀਅਰ ਕਰਨਗੇ ਅਵੇ ਫਰੋਮ ਗॉड, ਗॉड्स ਅਵੇਅਰਨੈਸ? ਮੈਨੂੰ ਇਹ ਸੋਚਣਾ ਪਏਗਾ। ਮੈਨੂੰ ਅਮੋਲਕ ਜੀਵਨ ਭਈ ਪ੍ਰਾਪਤ ਮਾਨਕ ਦੇਵਰੀਆ। ਮੈਂ ਪਤਾ ਕੀ ਕਰਦਾ? ਮੈਂ ਸਵਾਲ ਪਾਣੇ ਸ਼ੁਰੂ ਕਰ ਦੇਣਾ। ਉਹਦਾ ਗੁਣ ਕੀ ਹੈ? ਸਭ ਤੋਂ ਪਹਿਲਾਂ ਇੱਕ ਓਂਕਾਰ ਇੱਕ ਹੈ। ਸਭ ਤੋਂ ਪਹਿਲੀ ਗੱਲ ਸੱਚ ਹੈ, ਕਰਤਾ ਹੈ, ਤੇ ਵਿੱਚ ਵੀ ਹੈ, ਸਰਗੁਣ ਵੀ ਹੈ ਤੇ ਨਿਰਗੁਣ ਵੀ ਹੈ। ਡਰ ਨਹੀਂ ਉਹਨੂੰ ਕਿਸੇ ਦਾ, ਵੈਰ ਨਹੀਂ ਉਹਨੂੰ ਕਿਸੇ ਨਾਲ। ਇਹ ਸਾਰੀਆਂ ਚੀਜ਼ਾਂ ਔਰ 8 ਐਟਰੀਬਿਊਟਸ ਤੋਂ ਬਾਅਦ ਫਿਰ ਕਹਿੰਦੇ ਕਿ ਗੁਰ ਪ੍ਰਸਾਦ। ਹੁਣ ਮੈਂ ਜੇ ਉਹਦੀ ਸਿਰਫ ਇੱਕ ਇਕਾਈ ਚੁੱਕ ਲਵਾਂ, ਇਹਨਾਂ ਚ ਕੋਈ ਵੀ ਚੁੱਕ ਲਵਾਂ, ਇੱਕ ਹੈ।
ਝਗੜਾ ਉੱਥੇ ਹੈ ਕਿਸੇ ਦੇ ਨਾਲ ਜਿੱਥੇ ਦੂਜਾ ਹੈ। ਵੈਰ ਉੱਥੇ ਹੈ ਜਿੱਥੇ ਦੂਜਾ ਹੈ। ਦੂਜਾ ਪਾਓ ਅਦਰਨੈਸ। ਜੇ ਮੈਂ ਏਦਾਂ ਸੋਚਾਂ ਵੀ ਤੇਰੇ ਗੁਣ ਦੀ ਮੈਂ ਪਛਾਣ ਹੀ ਨਹੀਂ ਕੀਤੀ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਹੋਇਆ ਕਦੀ? ਇਹ ਸਾਰੀਆਂ ਗੱਲਾਂ ਨੇ, ਬਾਣੀ ਤੇ ਭਰੀ ਪਈ ਹੈ। ਆਪਾਂ ਸਾਰਾ ਦਿਨ ਲਾ ਦਿਆਂਗੇ, ਸਾਰੀ ਰਾਤ ਲਾ ਦਿਆਂਗੇ ਇੱਥੇ, ਅਸੀਂ ਘੜੀਆਂ ਦੇਖਾਂਗੇ ਹੁਣ ਥੋੜੀ ਦੇਰ ਬਾਅਦ, ਪਰ ਅਸੀਂ ਥਾਟ ਨੂੰ ਫੜੀਏ ਕਿ ਮਾਲਕ ਕੀ ਕਹਿ ਰਹੇ ਨੇ ਇੱਥੇ। ਉਹ ਕਹਿੰਦੇ ਵੀ ਤੈਨੂੰ ਇਹ ਦਿਵਰੀਆ ਜਿਹੜੀ ਹੈ ਨਾ, ਇਹ ਬਖਸ਼ਿਸ਼ ਚ ਮਿਲੀ ਹੈ, ਤੇ ਤੂੰ ਇਹਨੂੰ ਬਿਰਥਾ ਕਿਉਂ ਅਜਾਈ ਕਿਉਂ ਗਵਾ ਰਿਹਾ? ਅਜਾਈ ਦਾ ਮਤਲਬ ਹੈ ਕਿ ਜਿਹੜਾ ਪਲ ਵੀ ਤੇਰੇ ਤੋਂ ਬਗੈਰ ਗੁਜ਼ਰਿਆ ਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਇਹ ਅੱਛਾ, ਮੇਰੇ ਵਰਗਾ ਪਤਾ ਕੀ ਕਹਿ ਦਿੰਦਾ, ਉਹ ਨਹੀਂ ਜੀ ਇਹ ਤੇ ਪੜਨ ਦੀਆਂ ਗੱਲਾਂ ਨੇ, ਹੁਣ ਕੰਮ ਕਾਰ ਨਹੀਂ ਕਰਨੇ, ਦੁਨੀਆ ਨਹੀਂ ਚਲਾਉਣੀ। ਜਿੱਥੇ ਮੈਂ ਸਵਾਲ ਪਾਤਾ ਨਾ, ਖਿਆਲ ਰਹੇ, ਅਸੀਂ ਲੋਕ ਆਪਣੇ ਆਪ ਨੂੰ ਜਗਿਆਸੂ ਸਮਝਦੇ ਹਾਂ ਸਵਾਲ ਪਾ ਕੇ। ਪਰ ਜੇ 10 ਸਵਾਲ ਨੇ ਮੇਰੇ ਸਾਹਮਣੇ ਤੇ 10 ਚੋਂ ਮੈਨੂੰ 5 ਵੀ ਆਉਂਦੇ ਨੇ ਨਾ, ਤੇ ਮੈਂ ਕੀ ਕਰਦਾ, ਜੇ 9 ਵੀ ਆਉਂਦੇ ਨੇ ਤੇ ਮੈਂ ਜਿਹੜਾ ਇੱਕ ਨਹੀਂ ਨਾ ਆਉਂਦਾ ਹੁੰਦਾ ਉਹਨੂੰ ਪਾਣਾ ਪਹਿਲੇ, ਤਾਂ ਕਿ ਮੈਂ ਜਗਿਆਸੂ ਬਣਾ, ਮੈਂ ਇੰਟੈਲੈਕਚੁਅਲ ਬਣਾ, ਮੈਂ ਇੰਟੈਲੀਜੈਂਟ ਬਣਾ, ਮੈਂ ਭਗਤ ਬਣਾ। ਨਹੀਂ ਬਣਾਂਗਾ। ਜਿਹੜੇ 9 ਨੇ ਜਿਨ੍ਹਾਂ ਤੇ ਕੋਈ ਕੰਟਰੋਵਰਸੀ, ਕੋਈ ਡਿਸਕਸ਼ਨ ਨਹੀਂ ਹੈ, ਮੈਂ ਉਹਨਾਂ ਨੂੰ ਫੜ ਲਾਂ। ਮੈਂ ਸੋਚਦਾ ਹੀ ਨਹੀਂ ਜਿਹੜਾ ਮੈਨੂੰ ਨਹੀਂ ਆਉਂਦਾ, ਤਾਂ ਮੇਰਾ ਜਨਮ ਜਿਹੜਾ ਸਕਾਰਥਾ ਬੀਤੇਗਾ, ਨਹੀਂ ਤੇ ਬਿਰਥਾ ਜਾਈ ਜਾਏਗਾ। ਜਿੰਨਾ ਸਮਾਂ ਮੈਂ ਸਵਾਲ ਨੂੰ ਸਮਝਣ ਚ ਲਗਾਵਾਂਗਾ, ਜਦੋਂ ਮੈਂ ਸਵਾਲ ਨੂੰ ਸਮਝਾਂਗਾ, ਡੈਫੀਨਿਟਲੀ ਮੈਂ ਫੇਥ ਤੋਂ ਸ਼ਾਇਦ ਐਸਟਰੇ ਚਲਾ ਜਾਵਾਂ, ਜਾਂ ਕਹਿਣ ਵਾਲਾ ਐਸਟਰੇ ਚਲਾ ਜਾਏ। ਦੋਵਾਂ ਸੂਰਤਾਂ ਦੇ ਵਿੱਚ ਮੈਂ ਆਪਣਾ ਜਨਮ ਗਵਾਵਾਂਗਾ। ਹੁਣ ਇੱਥੇ ਫਿਰ ਸਵਾਲ ਉੱਠਦਾ ਕਿ ਇਹਦਾ ਮਤਲਬ ਜੀ ਜੇ ਮੇਰੇ ਸਵਾਲ ਆਵੇ ਤੇ ਮੈਂ ਨਾ ਪਾਵਾਂ? ਨਹੀਂ, ਤੂੰ ਪ੍ਰੀਡੋਮੀਨੈਂਟਲੀ ਨਾ ਪਾ, ਬਾਕੀ ਗੁਣ ਗਾ ਲੈ। ਜਿਹੜੇ 2-4 ਗੁਣ ਮੈਨੂੰ ਸਮਝ ਨਹੀਂ ਆਉਂਦੇ, ਅਕਾਲ ਕੀ ਹੈ ਜੀ? ਮੀਨਸ ਡਰਾਟ। ਮੈਨੂੰ ਨਹੀਂ ਸਮਝ ਆਇਆ, ਮੈਂ ਨਾ ਪਾਵਾਂ ਕਿਸੇ ਨੂੰ। ਮੈਨੂੰ ਸਤਨਾਮ ਸਮਝ ਆਉਂਦਾ, ਮੈਨੂੰ ਇੱਕ ਓਂਕਾਰ ਆਉਂਦਾ, ਮੈਂ ਉਹਨੂੰ ਸਮਝ ਲਾਂ, ਮੈਂ ਉਹਨੂੰ ਇਨਕਲਕੇਟ ਕਰ ਲਾਂ। ਏਕਸ ਤੇ ਸਭ ਦੂਜਾ ਹੁਆ, ਮੈਂ ਉਹਨੂੰ ਫੜ ਲਵਾਂ। ਮੈਂ ਨਿਰਭਉ ਸੰਗ ਬਸਤਾ ਹੈ ਤੇਰੇ, ਡਰਨ ਕਹਾਂ ਤੇ ਆਇਆ। ਮੈਂ ਨਿਰਭਉ ਬਣ ਜਾਵਾਂ, ਕਿਉਂਕਿ ਤੂੰ ਮੇਰੇ ਨਾਲ ਹੈ, ਤੂੰ ਮੇਰਾ ਰਾਖਾ ਸਭ ਨਹੀਂ ਥਾਈ, ਮੈਨੂੰ ਫੇਥ ਹੈ, ਮੈਂ ਡਰਾਂ ਕਿਉਂ? ਤਾਂ ਭਾਉ ਕਿਹਾ ਕਾੜਾ ਜੀਓ। ਏਦਾਂ ਇਟਸ ਆਲ ਇੰਟਰੋਸਪੈਕਟਿਵ। ਇਸ ਕਰਕੇ ਪਾਤਸ਼ਾਹ ਨੇ ਜਿਹੜੇ ਐਡੇ ਸੌਖੇ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਿਆ ਹੋਇਆ, ਐਂਡ ਆਮ ਵਨ ਆਫ them, ਮੈਂ ਕੈਸੀ ਹੋਏ ਤੇ ਸੌਖੀ ਬਾਣੀ ਹੈ, ਮਤਲਬ ਈਜ਼ੀ। No, if you go into the deeper practical aspect, then you can find out. ਬਿਰਥਾ ਕਾਹੇ ਗਵਾਵੋ ਰਹਾਓ, ਪਤਿਤ ਪੁਨੀਤ ਦੀਨ ਬੰਦ ਹਰ। ਜਿਹੜੇ ਪਤਿਤ ਨੇ ਉਹਨਾਂ ਨੂੰ ਪੁਨੀਤ ਕਰ ਸਕਦਾ ਹੈ, ਲੋਹੇ ਨੂੰ ਪਾਰਸ ਬਣਾ ਸਕਦਾ ਹੈ। ਸੋਨਾ ਤੇ ਸਾਰੇ ਪਾਰਸ ਬਣਾਉਂਦੇ ਨੇ, ਪਰ ਗੁਰੂ ਗੁਰਬਾਣੀ ਇਹੋ ਜਿਹਾ ਪਾਰਸ ਹੈ ਕਿ ਲੋਹੇ ਨੂੰ ਪਾਰਸ ਬਣਾ ਸਕਦਾ ਹੈ ਕਿ ਉਹ ਦੂਜਿਆਂ ਨੂੰ ਵੀ ਸੋਨਾ ਬਣਾ ਸਕੇ। ਇੰਨੀ ਵੱਡੀ ਪਾਵਰ ਹੈ ਇਹਦੇ ਕੋਲ। ਪਤਿਤ ਪੁਨੀਤ ਦੀਨ ਬੰਦ ਹਰ, ਗਰੀਬਾਂ ਦਾ ਸਭ ਤੋਂ ਵਧੀਆ ਸੰਬੰਧੀ ਹੈ। ਮੈਂ ਮੰਨਿਆ ਕਦੀ ਮੇਰੇ ਰਿਸ਼ਤੇਦਾਰਾਂ 'ਚ ਕੋਈ ਪ੍ਰੋਗਰਾਮ ਹੋਵੇ ਤੇ ਮੈਂ ਆਪਣਾ ਨਿਤਨੇਮ ਇਹ ਉਹ ਸਭ ਭੁੱਲ ਜਾਵਾਂਗਾ। ਅੱਜ ਕੱਲ ਮੈਰਿजेस ਦੇ ਫੰਕਸ਼ਨ ਹੋਣ, they are so hectic,
that I cannot maintain my routine? सोचा शरण ताहे तुम आओ, तू ओदी शरण च चला जा। शरण कौन जांदा? जेड़ा हेल्पलेस हो, यह भी गुण है। जे मैं हेल्पलेस नहीं हाँ तो मैं शरण च किवें जावांगा? सोचना शरण ताहे तुम आओ, गज को त्रास मिट्यो जह सिमरत। ਹੁਣ ਉਹ ਜਿਹੜਾ ਗੱਜ ਦਾ ਡਰ ਸੀ, ਇਹ ਇੱਕ ਮੈਥੋਲੋਜੀਕਲ, ਨੌਵੇਂ ਪਾਤਸ਼ਾਹ ਨੇ ਮੈਥੋਲੋਜੀਕਲ ਸਟੋਰੀਜ਼ ਨੂੰ ਰੈਫਰ ਕੀਤਾ ਹੋਇਆ। ਖਿਆਲ ਰਹੇ ਇਹਦੀ ਗੱਲ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਉਸ এনवायरमेंट ਦੇ ਵਿੱਚ ਜਦੋਂ ਕਿ ਭਾਸ਼ਾ ਦੀ ਸਾਡੇ ਗੁਆਂਢੀ ਲੋਕਾਂ ਦੀ ਮਨੌਤਾਂ ਜਿਹੜੀਆਂ ਸਨ, ਜਿਹੜੀਆਂ ਮਿਥ ਸਨ, ਉਹ ਪ੍ਰੈਵਲੈਂਟ ਸਨ। ਸਾਨੂੰ ਅਰਸਟਵਾਈਲ ਸਿੱਖਾਂ, ਮਤਲਬ ਜਿਹੜੇ ਸਿੱਖ ਨਹੀਂ ਸੀ ਹਾਲੇ ਬਣੇ, ਜੇ ਮੈਂ ਹਿੰਦੂ ਹਾਂ ਤੇ ਮੈਨੂੰ ਅੱਜ ਵੀ ਇਹ ਪੜ੍ਹਾਇਆ ਜਾਂਦਾ, ਤੂੰ ਪੁਰਾਣ ਪੜ੍ਹ, ਵਰਾ ਪੁਰਾਣ, ਕਿ ਉਹਦੇ ਚ ਦੇਖ ਉਹ ਵਿਸ਼ਨੂੰ ਜੀ ਨੇ, ਕਿਉਂਕਿ ਮੈਂ ਆਈ ਹੈਡ ਪ੍ਰਿਵਿਲੇਜ ਕਹ ਲਓ ਜਾਂ ਅਪਰਚੁਨਿਟੀ ਕਹ ਲਓ, ਔਰ ਮੇਰੀ ਇਨਕਲਿਨੇਸ਼ਨ ਕਹ ਲਓ, ਆਈ ਹੈਡ ਸਮ ਰੀਡਿੰਗਸ ਕਿ ਹਾਥੀ ਉਹ ਤੰਦੂਏ ਦੇ ਉਹ ਕੋਲ ਪਹਿਲੀ ਗੱਲ ਤੇ ਕਿ ਹਾਥੀ ਐਡੀ ਦੂਰ ਜਾਂਦਾ ਹੀ ਨਹੀਂ, ਪਰ ਚਲੋ ਸਮੁੰਦਰ 'ਚ ਚਲਾ ਗਿਆ ਤੇ ਉਹ ਦਰਿਆ ਦੇ ਵਿੱਚ, ਤੇ ਉੱਥੇ ਉਹਦਾ ਤੰਦੂਆ ਉਹਨੇ ਉਹਨੂੰ ਫਸਾ ਲਿਆ, ਕ੍ਰੋਕੋਡਾਈਲ ਕਹਿ ਲਓ ਭਾਵੇਂ, ਤੇ ਉਹਨੇ ਰੱਬ ਨੂੰ ਯਾਦ ਕੀਤਾ ਤੇ ਉਹ ਛੁੱਟ ਗਿਆ। ਉਹ ਕਿੱਦਾਂ ਛੁੱਟ ਗਿਆ ਇਹ ਨਹੀਂ ਦੱਸਿਆ, ਤੇ ਉਹਨੇ ਵਿਸ਼ਨੂੰ ਨੂੰ ਰਾਧਿਆ ਤੇ ਉਹ ਛੁੱਟ ਗਿਆ। ਅਸੀਂ ਉਸ ਸਟੋਰੀ ਨੂੰ ਨਹੀਂ ਲੈਣਾ ਕਿ ਮੈਂ ਵੀ ਫਸ ਜਾ, ਮੈਂ ਕਿਸੇ ਦਾ ਕਤਲ ਕਰ ਦਿਆਂ, ਮੈਂ ਸ਼ੈਕਲ 'ਚ ਹੈਗਾ ਤੇ ਹੁਣ ਮੈਂ, ਜੇ ਤੂੰ ਹਾਥੀ ਨੇ ਛੁਡਾ ਲਿਆ ਸੀ ਤੇ ਮੈਨੂੰ ਵੀ ਛੁਡਾ ਲਾ। ਜਾਂ ਉਹ ਜਿਹੜਾ ਭਗਤ ਸਦਰਾਂ ਜੀ ਦਾ ਹੈਗਾ ਨਾ ਭਈ, ਉਹ ਆਮ ਸੌਰੀ ਮੈਂ ਸ਼ਬਦ ਭੁੱਲਦਾ ਪਿਆ, ਜਿਹਦੇ 'ਚ ਹੈਗਾ ਭਈ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਨਿਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ। ਹੁਣ ਇਹ ਮਿਥੋਲੋਜੀਕਲ ਸਟੋਰੀ ਹੈ ਜਿਹਦੇ 'ਚ ਭਗਤ ਸਦਨਾ ਜੀ ਨੇ ਗੱਲ ਕੀਤੀ ਹੋਈ। ਸੋ we have been by now we should have been able to classify or discriminate or distinguish is a proper word between the mythological and practical, Gurbani's practical aspect. जम को त्रास मिट्यो जह सिमरत तुम काहे बिसरावो। ਉਹ ਦੇਖ ਉਹਨੇ ਹਾਥੀ ਨੂੰ ਬਚਾ ਲਿਆ ਹੀ ਤੇ ਤੂੰ ਕਿਉਂ? ਇਹਦਾ ਮਤਲਬ ਹੁਣ ਮੈਂ ਜੇ ਇਹਨੂੰ ਇੰਪਲੀਕੇਬਲੀ ਲਵਾਂ ਤੇ ਕਹਾਣੀ ਦੇ ਨਾਲ ਮੇਰਾ ਕੋਈ ਕੰਸਰਨ ਨਹੀਂ ਹੈ। ਹਾਥੀ ਜਿਹੜਾ ਇੰਨਾ ਭਾਰਾ ਏ ਕਿ ਉਹ ਨਿੱਕੇ ਜਿਹੇ ਤੰਦੂਆ ਹੈ, ਉਹਦੇ ਕੰਡੇ ਨਿਕਲੇ ਹੁੰਦੇ ਆ, ਉਹਨੇ ਉਹਨੂੰ ਫਸਾ ਲਿਆ। ਹੁਣ ਜੇ ਮੈਂ ਇਹਨੂੰ ਦੇਖਾਂ ਕਿ ਮਾਇਆ ਜਿਹੜੀ ਏ ਉਹਦਾ ਕੋਈ ਵੀ ਵਾਈਸ ਨਿੱਕਾ ਜਿਹਾ, ਗੁੱਸਾ ਕਹਿ ਲਾਂ, ਅਟੈਚਮੈਂਟ ਕਹਿ ਲਾਂ, ਨਿੱਕੀ ਹੈ, ਉਹਨੂੰ ਮੈਂ ਇੰਨਾ ਐਕਸਪੈਂਡ ਕਰ ਚੁੱਕਾ ਆਪਣੇ ਬਿਹੇਵੀਅਰ ਦੇ ਵਿੱਚ, ਆਪਣੀ ਡੇਲੀ ਲਾਈਫ ਦੇ ਵਿੱਚ, ਕਿ ਉਹ ਭਾਰਾ ਹੋ ਗਈ, ਬੜੀ ਭਾਰੀ ਹੋ ਗਈ, ਹਾਥੀ ਜਿੰਨਾ ਭਾਰ ਹੋ ਗਿਆ, ਜਾਂ ਮੇਰੇ ਸਾਰੇ ਵਾਈਸਿਸ ਦਾ ਹਾਥੀ ਜਿੰਨਾ ਭਾਰ ਹੋ ਗਿਆ। ਮੇਰਾ ਮਨ ਇੰਨਾ ਭਾਰਾ ਹੋ ਗਿਆ ਇਹਨਾਂ ਵਿਕਾਰਾਂ ਦੇ ਨਾਲ ਕਿ ਮੈਂ ਛੁੱਟ ਨਹੀਂ ਸਕਦਾ। ਕਿਉਂ ਛੂਟੋਂ ਕੈਸੇ ਤਰ੍ਹਾਂ ਭਵ ਜਲ ਨਿਧ ਭਾਰੀ। ਉੱਥੇ ਵੀ ਆਉਂਦਾ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਕਹਿੰਦੇ ਵੀ ਉਹ ਜਿਹੜਾ ਸੀ ਮੇਰਾ ਭਾਰ ਔਗਣਾ ਦਾ ਇੰਨਾ ਭਾਰਾ ਹੋ ਗਿਆ ਕਿ ਹਾਥੀ ਜਿੰਨਾ ਭਾਰ ਚੜ ਗਿਆ ਇਹਦਾ, ਤੇ ਤੂੰ ਉਹਨੂੰ ਕਿਉਂ ਵਿਸਾਰਦਾ? ਜੇ ਤੇਰਾ ਹਾਥੀ ਜਿੰਨਾ ਵੀ ਹੈਗਾ ਨਾ ਔਗਣ, ਤੇ ਉਹ ਵੀ ਚਲੇ ਜਾਣਗੇ, ਤੂੰ ਅਜ਼ਮਾ ਤੇ ਸਹੀ ਨਾ, ਤੂੰ ਉਹਨੂੰ ਯਾਦ ਤੇ ਕਰ ਯਾਰਾ। ਗੋਬਿੰਦ ਕੇ ਗੁਣ ਗਾਵ ਕਹਾਵ, ਅਜ ਅਭਿਮਾਨ
ਮੈਂ ਛੱਡ। ਦੇਖੋ ਪਹਿਲੇ ਆਇਆ ਸੀ ਮਮਤਾ, ਕ੍ਰੋਧ। ਸਾਰੀ ਬਾਣੀ ਚ ਤੁਹਾਨੂੰ ਇਹੀ ਆਏਗਾ, ਨਵੇਂ ਪਾਤਸ਼ਾਹ ਦੀ ਬਾਣੀ ਚ। ਆਈ ਮੀਨ ਤਜ ਅਭਿਮਾਨ, ਮੋਹ ਮਾਇਆ। ਫੁੰਨ ਜਿਹੜਾ ਹੁੰਦਾ ਨਾ, ਇਹ ਹੁੰਦਾ ਫੇਰ। ਤੇ ਮੈਨੂੰ ਏਦਾਂ ਲੱਗਦਾ ਵੀ ਉਹ ਪਾਤਸ਼ਾਹ ਕਹਿ ਰਹੇ ਨੇ ਤਜ ਅਭਿਮਾਨ। ਐਕਚੁਅਲੀ ਜੇ ਦੀ ਪੰਕਚੁਏਸ਼ਨ ਕੀਤੀ ਜਾਏ ਤੇ ਮੋਹ ਮਾਇਆ ਫੁੰਨ, ਆਪਾਂ ਏਦਾਂ ਪੜਾਂਗੇ। ਪਰ ਤਜ, ਮੈਂ ਇਹਨੂੰ ਏਦਾਂ ਪੜ੍ਹਨਾ ਚਾਹਨਾ, ਅਲਾਓ ਮੀ ਪਲੀਜ਼। ਤਜ ਅਭਿਮਾਨ ਮੋਹ ਮਾਇਆ, ਤੇ ਫੁੰਨ ਭਜਨ ਰਾਮ ਚਿਤ ਲਾਓ। ਇਹ ਤਜ ਕੇ ਮੋਹ, ਅਭਿਮਾਨ ਤੇ ਮਾਇਆ, ਇਹਨਾਂ ਨੂੰ ਤਜ ਕੇ ਭਾਵੇਂ ਇੱਕ ਸਕਿੰਟ ਲਈ ਡਿਸਕਨੈਕਟ ਕਰ ਦੇ, ਜਿੱਦਾਂ ਰੀਸਟਾਰਟ ਨਹੀਂ ਕਰੀਦਾ ਆਪਣੇ ਫੋਨ ਨੂੰ, ਵੀ ਸਾਰਾ ਕੁਝ ਠੀਕ ਠਾਕ ਹੋ ਜਾਏ। ਤੂੰ ਏਦਾਂ ਕਰ, ਤੂੰ ਆਪਣੇ ਆਪ ਨੂੰ ਰੀਸਟਾਰਟ ਮੋਡ ਦੇ ਵਿੱਚ ਲੈ। ਹੁਣ ਪਹਿਲੇ ਜਦੋਂ 4 ਸਾਲ ਪਹਿਲੋਂ ਆਈਫੋਨ ਹੁੰਦੇ ਸਨ, ਉਹਨਾਂ ਦੇ ਵਿੱਚ ਕੋਲਡ ਸਟਾਰਟ ਹੁੰਦਾ ਸੀ, ਕੋਲਡ ਸਟਾਰਟ। ਮਾੜਾ ਜਿਹਾ ਬਟਨ ਦਬਾਓ ਤੇ ਕੋਲਡ ਸਟਾਰਟ ਹੋ ਜਾਂਦਾ। ਅੱਜ ਕੱਲ ਤੇ ਹੋ ਰਿਹਾ ਹੀ ਨਹੀਂ, ਅੱਜ ਕੱਲ ਤੇ ਤੁਹਾਨੂੰ ਰੀਸਟਾਰਟ ਹੀ ਕਰਨਾ ਪੈਂਦਾ। ਤੂੰ ਰੀਸਟਾਰਟਿੰਗ ਮੋਡ 'ਚ ਚਲਾ ਜਾ, ਵਾਈਫਾਈ ਨੂੰ ਇੱਕ ਵਾਰੀ ਡਿਸਕਨੈਕਟ ਕਰ ਤੇ ਫਿਰ ਕਨੈਕਟ ਕਰ। ਉਹ ਜਿਹੜਾ ਮੋਡ ਹੈ ਨਾ ਤੇਰਾ, ਸੋਚ, ਮਤਲਬ ਮੈਂ ਗਰਸਿਆ ਹੋਇਆ ਵਾਂ ਵਿਕਾਰਾਂ 'ਚ, ਪਰ ਇੱਕ ਸਕਿੰਟ ਲਈ ਮੈਂ ਰੱਬ ਵਾਲੇ ਪਾਸੇ ਚਲਾ ਜਾ। I may come back because I'm so much engulfed. I don't care. ਮੈਨੂੰ ਪਤਾ ਮੈਨੂੰ ਇਹਨਾਂ ਨੇ ਨਹੀਂ ਛੱਡਣਾ। ਮੇਰੀਆਂ ਭੈੜੀਆਂ ਵਾਦੀਆਂ ਨੇ, ਮੇਰੇ ਭੈੜੇ ਆਦਤਾਂ ਨੇ, ਪਰ ਇਹ ਸਾਰੀ ਅਵੇਅਰਨੈਸ ਮੈਨੂੰ ਚਾਹੀਦੀ ਹੈ। The word is awareness. Introspective, retrospective, contemplative, ਇਹ ਸਾਰੀਆਂ। ਤਜ ਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਫਿਰ ਉਹਨੂੰ ਧਿਆ, ਫਿਰ ਉਹਨੂੰ ਧਿਆ। ਗੁਣ ਤਾਂ ਗਾਏਗਾ ਜੇ ਤੇਰਾ ਧਿਆਨ ਹੀ ਦੂਜੇ ਪਾਸੇ ਹੈ, ਤੇ ਫਿਰ ਕਿੱਦਾਂ ਜਾਏਗਾ? ਤੇ ਮੈਂ ਕੀ ਕਰਦਾ, ਮੈਂ ਆਪਣੇ ਆਪ ਨੂੰ ਆਪ ਡਿਸਕਾਊਂਟ ਦੇ ਦਿੰਦਾ। ਬਈ ਸਵੇਰੇ ਟਾਈਮ ਨਹੀਂ ਹੁੰਦਾ, ਕੀ ਕਰੀਏ, ਚਲੋ ਥੋੜਾ ਬਹੁਤਾ ਤੇ ਕੰਨਾਂ 'ਚ ਪੈ ਹੀ ਜਾਂਦਾ ਨਾ ਬਾਣੀ। ਜੇ CD ਲਾ ਲਓ, ਤੇ ਥੋੜੀ ਬਹੁਤੀ ਤੇ ਕੰਨੀ ਪੈ ਹੀ ਜਾਂਦੀ ਹੈ ਨਾ। ਜੇ TV ਲਾ ਲਓ, ਤੇ ਹੁਣ ਲਈ ਹੋਈ ਹੈ, ਬਾਕਸ ਲਿਆ ਹੋਇਆ, ਮੁਫਤ ਦਾ ਹੈਗਾ, ਲਾ ਛੱਡੀ ਦਾ, ਸਾਰਾ ਦਿਨ ਚੱਲਦਾ ਰਹਿੰਦਾ। all these times ਇਹ ਮੇਰੇ ਸਰੀਰਕ ਤਲ ਤੇ ਹੋ ਰਿਹਾ, ਮਨ ਦੇ ਤਲ ਤੇ ਕੁਛ ਨਹੀਂ ਹੋ ਰਿਹਾ। ਇੱਕ ਆਪਾਂ ਨਵੀਂ ਗੱਲ ਸਿੱਖੀ ਹੈ ਸੁਣਿਆ ਦੀ ਪੌੜੀਆਂ ਤੋਂ। ਮੈਂ ਸਰੀਰਕ ਤਲ ਤੇ ਕੁਛ ਨਹੀਂ ਕਰਨਾ ਚਾਹੁੰਦਾ, ਮੈਂ ਮਨ ਦੇ ਤਲ ਤੇ ਕਰਨਾ ਚਾਹੁੰਦਾ। ਮੀਨਸ ਅਵੇਅਰਨੈਸ ਦੇ ਲੈਵਲ ਤੇ, ਐਕਸ਼ਨ ਦੇ ਲੈਵਲ ਤੇ ਨਹੀਂ। ਸੋ ਨਾਨਕ ਕਹਤ ਮੁਕਤ ਪੰਥ ਇਹ, ਦਿਸ ਇਜ਼ ਦਾ ਵੇ। ਤੂੰ ਜਾਨ ਛੁਡਾਣਾ ਚਾਹਨਾ ਨਾ ਸ਼ੈਕਲਸ ਚੋਂ, ਮਾਇਆ ਦੇ ਬੰਧਨਾਂ ਚੋਂ, ਇਹ ਤਰੀਕਾ ਹੀ। ਗੁਰਮੁਖ ਹੋਏ ਤੁਮ ਪਾਵੋ। ਬਸ ਤੂੰ ਆਪਣਾ ਮੂੰਹ ਗੁਰੂ ਵੱਲ ਕੀਤੀ ਰੱਖ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮੰਝਾ ਆਸਰਾ। ਫਟਾਫਟ ਕੋਈ ਐਡ ਕਰੂਗਾ ਜੀ? ਕੁਛ ਇੱਕ ਸ਼ਬਦ ਹੋਰ ਕਰਨਾ ਚਾਹੁੰਦੇ ਹੋ? ਹਰਕੇਵਲ ਜੀ, ਮਨਜੀਤ ਜੀ, ਪਰਮਜੀਤ ਜੀ, ਐਨੀਵਨ ਪਲੀਜ਼। ਮੈਂ ਸਾਰਿਆਂ ਦੇ ਨਾਂ ਲੈਣਾ ਨਹੀਂ ਚਾਹੁੰਦਾ। ਐਨੀਵਨ? if not, then we'll go to the first, to the next. ਮੈਨੂੰ ਤਾਂ ਜੀ ਉਹ ਜਿਹੜੀ ਚੀਜ਼ ਤੁਸੀਂ ਕਹੀ ਉਹ ਬੜੀ ਚੰਗੀ ਲੱਗੀ, ਜਿਹੜੀ ਕਿ ਹਾਥੀ ਰੂਪੀ ਮਨ ਨੂੰ ਮਾਇਆ ਰੂਪੀ ਤੰਦੂਏ ਨੇ ਫੜਿਆ ਸੀ ਤੇ ਪਰਮਾਤਮਾ ਦਾ ਸਿਮਰਨ ਨਾਲ ਉਹ ਉਸ ਨੂੰ ਛਡਾ ਲਿਆ ਉਸਨੇ। ਮਤਲਬ ਜੇ ਆਪਾਂ ਇਹਨੂੰ ਇਸ ਤਰ੍ਹਾਂ ਸੋਚੀਏ, ਇਸ ਸਟੋਰੀ ਨੂੰ, ਤੇ ਆਈ ਥਿੰਕ ਇਸ ਤਰ੍ਹਾਂ ਵਧੀਆ ਲੱਗਦਾ। ਅਸੀਂ ਸਾਰੇ ਹੀ ਭੁਲੇਖੇ ਜਿਹੜੇ ਨੇ ਨਾ ਸਾਡੇ ਪਾਏ ਹੋਏ, ਨਾਲ ਦੇ ਗੁਆਂਢੀ ਮਤ ਨੇ, ਅਸੀਂ ਸਾਰੇ ਰੱਬ ਦੀ ਫੇਥ ਵਾਲੀ ਉਂਗਲੀ ਫੜ ਕੇ ਏਦਾਂ ਸਮਝ ਸਕਦੇ ਹਾਂ
we can try to solve these problems reading behind the lines. That's the way I think. Thank you, sir. ਕਿ ਤੁਹਾਨੂੰ ਚੰਗਾ ਲੱਗਦਾ ਵੀ ਏਦਾਂ ਆਪਾਂ ਕਰ ਸਕਦੇ ਹਾਂ। That way ਇੱਕ ਪੰਥ ਦੋ ਕਾਜ, ਆਪਾਂ ਇੱਕ ਤੇ ਬਾਹਮਣੀ ਮੱਤ ਤੋਂ ਚਲੇ ਗਏ ਪਰੇ, ਨਹੀਂ ਤੇ ਅਸੀਂ ਫਸੇ ਹੀ ਰਹਿੰਦੇ ਹਾਂ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਮਨੌਤਾਂ ਨੇ। ਤੇ ਦੂਆ ਸਾਡੇ ਰੱਬ ਦਾ ਜਿਹੜਾ ਦਰਜਾ ਹੈ ਸਾਡੇ ਮਨ 'ਚ ਹੋਰ ਵੱਡਾ ਹੋ ਗਿਆ। ਕਿਆ ਬਾਤ ਹੈ, ਕਿੱਦਾਂ ਸਮਝਾਇਆ। ਹਾਂਜੀ ਕਾਰ ਸਿੰਘ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਹਾਂਜੀ ਮੈਂ ਦੇਖ ਰਿਹਾ ਵੀ ਜਿਹੜਾ ਆਪਾਂ ਇਸ ਤੋਂ ਪਹਿਲਾਂ ਸ਼ਬਦ ਕਰਕੇ ਆਏ ਆ ਉਹਦੇ ਵਿੱਚ ਜਿਹੜਾ ਅਜਿੱਤ ਮਾਨਿਆ, ਜਿਹਨੂੰ ਜਿੱਤਿਆ ਨਹੀਂ ਜਾ ਸਕਦਾ, ਜਿੰਨਾ ਸ਼ਕਤੀਸ਼ਾਲੀ ਸਟਰੋਂਗ ਆ, ਤੇ ਕਿੱਦਾਂ ਉਹ ਸਾਡੇ ਜੀਵਨ ਤੇ ਪ੍ਰਭਾਵ ਕਰਦਾ ਵਾ, ਕਿ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਰੈਮਡੀ ਦਿੱਤੀ ਹੈ। Yeah, we started with that. ਹਾਂਜੀ, ਹਾਊ ਯੂ ਕੈਨ ਕੰਟਰੋਲ your mind, ਜਿਸ ਤਰ੍ਹਾਂ Your mind. ਗੁਣ ਗਾਓ ਤੇ ਕਿੱਦਾਂ ਤੈਨੂੰ ਵਧੀਆ ਜਨਮ ਮਿਲਿਆ ਵਾ, ਤੇ ਮਾਲਕ ਕਿੱਦਾਂ ਤੈਨੂੰ ਪਤਿਤ ਕਰਦੇ, ਪਨੀਤ ਕਰ ਦੇਗਾ ਪਤਿਤ ਤੋਂ। ਇਹ ਸਾਰਾ ਗੁਰੂ ਸਾਹਿਬ ਨੇ ਮੈਨੂੰ ਤੇ ਇਹ ਸਮਝਾਇਆ ਵੀ ਦਵਾਈ ਦੱਸੀ ਵੀ ਤੂੰ ਆਹ ਕਰ ਲਏਗਾ ਤੇ ਤੇਰਾ ਬਚਾਅ ਹੋ ਸਕਦਾ, ਨਹੀਂ ਤੇ ਕੰਮ ਖਰਾਬ ਹੈ। Yeah, thank you for the reiteration. ਹਾਂਜੀ ਕੋਈ ਫਟਾਫਟ ਪੜੇਗਾ ਜੀ ਅਗਲਾ ਸ਼ਬਦ? ਜੀ ਹਰਕੇਵਲ ਜੀ ਪਲੀਜ਼। ਗੌੜੀ ਮਹਿਲਾ ਨੌਵਾਂ। ਕਉ ਮਾਈ ਭੁਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਮਗ ਸੁਨ ਕਰ, ਨਿਮਖ ਨਾ ਹਰ ਗੁਣ ਗਾਵੈ ਰਹਾਉ। ਦੁਰਲਭ ਦੇ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੈ, ਮਾਇਆ ਮੋਹ ਮਹਾ ਸੰਕਟ ਬਨ, ਤਾਂ ਸਿਉ ਰੁਚ ਉਪਜਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਉ ਨਹਿ ਨ ਲਵੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਜਹ ਕਟ ਰਾਮ ਸਮਾਵੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਜਹ ਕਟ ਰਾਮ ਸਮਾਵੈ। ਵਾਹਿਗੁਰੂ ਜੀ। ਕਿਆ ਬਾਤ ਹੈ। ਸਵਾਲ ਤੇ ਜਵਾਬ, ਔਰ ਬਿਲਕੁਲ ਸਾਡੇ ਮਾਨਸਿਕ ਲੈਵਲ ਤੇ ਜਿਹੜੀ ਸਾਡੀ ਮਾਨਸਿਕਤਾ ਹੈ, ਬੇਸਿਕਲੀ ਆਮ ਮਨੁੱਖ ਦੀ ਜੋ ਸੋਚ ਹੈ, ਉਹਦੇ ਲੈਵਲ ਤੇ ਖੜੇ ਹੋ ਕੇ ਉਸ ਲੈਵਲ ਤੋਂ, ਉਸ ਐਂਗਲ ਤੋਂ ਪਾਤਸ਼ਾਹ ਸਮਝਾ ਰਹੇ ਨੇ। isn't it? ਹਾਂਜੀ ਲੱਗਦਾ ਨਹੀਂ? ਹੁਣ ਫੇਰ ਆ ਗਏ। ਹੁਣ ਮਨ ਨੇ ਸੁਣ ਵੀ ਲਿਆ ਵੀ ਗਹਿਓ ਨਾ ਜਾਈ ਤੇ ਗੋਬਿੰਦ ਕੇ ਗੁਣ ਗਾਵੋ, ਤੇ ਹਾਲੇ ਵੀ ਮੇਰੇ ਵਰਗੇ ਦਾ ਮਨ ਜਿਹੜਾ ਨਾ ਹਾਲੇ ਵੀ ਡਾਵਨ ਡੋਲ ਹੈ। ਯਾਰ ਚਲੋ ਇਹ ਤੇ ਗੱਲ ਠੀਕ ਹੈ, ਤੇ ਫਿਰ ਉਹ ਕਿੱਦਾਂ ਹੈ, ਤੇ ਫਿਰ ਮੇਰੇ ਹਾਲੇ ਵੀ ਅੰਦਰ ਸਵਾਲ ਉਪਜਦੇ ਪਏ ਨੇ, ਫੇਥ ਦੇ ਤੇ ਅਨਫੇਥ ਦੇ, ਔਰ ਉਹ ਸਵਾਲ ਜਿਹੜੇ ਮੇਰੇ ਕੋਲੋਂ ਸੋਲਵ ਨਹੀਂ ਹੋ ਰਹੇ, ਉਹ ਤੇ ਠੀਕ ਹੈ, ਪਰ ਸਾਡੇ ਆਮ ਪੰਜਾਬੀ 'ਚ ਐਕਸਪ੍ਰੈਸ਼ਨ ਹੁੰਦਾ, ਉਹ ਤੇ ਠੀਕ ਹੈ, ਪਰ ਅਸੀਂ ਮੰਨਦੇ ਹੀ ਨਹੀਂ ਪਏ ਬਾਣੀ ਨੂੰ ਪੜ੍ਹ ਕੇ ਕਿ ਉਹ ਹੀ ਠੀਕ ਹੈ। ਫਿਰ ਪਰ ਨਹੀਂ ਹੈਗਾ, ਫਿਰ ਫੁੱਲ ਸਟਾਪ ਹੈ। ਤੇ ਜਦੋਂ ਉਹ ਤੇ ਠੀਕ ਹੈ ਤੇ ਉਹਦੇ ਨਾਲ ਪਰ ਜਿਹੜਾ ਉਹ ਫਿਰ ਅੱਗੇ ਇੱਕ ਪੂਰੀ ਸਿਚੁਏਸ਼ਨ ਬਣਾ ਦੇਗਾ। ਆਸ਼ਾ ਕਹਿੰਦੇ ਨੇ ਕੋਈ ਕਉ ਮਾਈ, ਉਹ ਮੇਰੀ ਮਾਂ, ਭੁੱਲਿਓ ਮਨ ਸਮਝਾਵੇ। ਹੁਣ ਮੇਰੇ ਵੱਸ ਤੋਂ ਬਾਹਰ ਹੋ ਗਿਆ, ਖਿਆਲ ਰਹੇ। ਮੈਂ ਪਹਿਲੇ ਇਸ ਸਟੇਟ ਆਫ ਮਾਈਂਡ ਨੂੰ ਫੜਨਾ ਹੈ, ਕਿਸ ਲੈਵਲ ਤੋਂ ਗੱਲ ਕਰ ਰਿਹਾ ਮਾਲਕ, ਕਿਧਰੇ ਮੇਰੀ ਪਿਕਚਰ ਹੀ ਤੇ ਨਹੀਂ ਹੈ। ਤੇ ਜੇ ਮੈਨੂੰ ਲੱਗੇ ਕਿ ਫਲਾਣੇ ਦੀ ਪਿਕਚਰ ਹੈ ਤੇ ਮੈਂ ਹਾਲੇ ਵੀ ਨਹੀਂ ਸਮਝਿਆ। ਕਉ ਮਾਈ
ਭੁੱਲਿਓ ਮਨ ਮੇਰੇ ਭੁੱਲੇ ਹੋਏ ਮਨ ਨੂੰ ਕੋਈ ਸਮਝਾ ਦੇਵੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋ ਮਾਰਗ ਦਿਖਲਾਵੇ। ਤਿਸ ਜਨ ਕੇ ਹਉ ਮਲ ਮਲ ਧੋਵਾਂ ਪਾਉ। ਇਹ ਅਵਸਥਾ ਹੋਈ ਹੈ ਮੇਰੀ ਕਦੀ ਕਿ ਜੇ ਮੈਂ ਗੁਰਦੁਆਰੇ ਚੱਲਿਆ ਅੱਜ ਤੇ ਮੈਂ ਸੋਚਾਂ ਕਿ ਮੇਰੀ ਇਹ ਪ੍ਰੋਬਲਮ ਚੱਲ ਰਹੀ ਹੈ ਮਨ ਦੀ, ਪੂਰਾ ਹਫਤਾ ਮੈਨੂੰ ਗੁਰਦੁਆਰਾ ਨਹੀਂ ਨਜ਼ਰ ਆਇਆ, ਜਾਂ ਮੈਂ ਨਹੀਂ ਜਾ ਸਕਿਆ, ਜਾਂ ਉੱਥੇ ਬੰਦ ਹੈਗਾ ਅੱਜ ਕੱਲ੍ਹ ਲਾਕਡਾਊਨ। ਅੱਜ ਮੈਂ ਗੁਰਦੁਆਰੇ ਚੱਲਿਆ, ਅੱਜ ਮੈਂ ਇਹਦਾ ਹੱਲ ਲੱਭ ਕੇ ਆਉਣਾ। ਜਾਂ ਇਹ ਸਵਾਲ ਮੈਨੂੰ ਸਾਰਾ ਦਿਨ ਤੰਗ ਕਰ ਰਿਹਾ ਤੇ ਮੈਂ ਸ਼ਾਮੀ ਘਰ ਆਇਆ, ਮੈਂ ਆਪਣੇ ਬਾਬਾ ਜੀ ਦੇ ਕਮਰੇ 'ਚ ਜਾਣਾ, ਉਹ ਮੇਰਾ ਗੁਰਦੁਆਰਾ ਕਰਦਾ, ਮੈਂ ਉੱਥੇ ਜਾ ਕੇ ਮਾਲਕ ਨੂੰ ਪੁੱਛਣਾ ਕਈ ਤਰੀਕਿਆਂ ਦੇ ਨਾਲ, ਪਾਤਸ਼ਾਹ ਤੂੰ ਦੱਸ ਮੈਂ ਕੀ ਕਰਾਂ ਇਸ ਮਨ ਦਾ। ਕਹੋ ਮਾਈ ਭੁੱਲਿਓ ਇਹ ਭੁੱਲੇ ਹੋਏ ਮਨ ਨੂੰ ਕੋਈ ਸਮਝਾ ਦਿਓ ਹੋਏ। And trace the feeling and hence the situation of man. ਵੇਦ ਹੁਣ ਦੇਖੋ ਅਸੀਂ ਇੰਨੇ ਸ਼ਬਦ ਪੜ੍ਹੇ ਆ, ਜੇ ਹਾਲੇ ਵੀ ਕਿੰਤੂ ਹੈਗਾ ਤੇ ਅਸੀਂ 50 ਵਾਰੀ ਇਹ ਬਾਣੀ ਪੜ੍ਹ ਲਈਏ, ਇਹੀ ਹੋ ਰਿਹਾ ਸਾਡੇ ਸਾਰਿਆਂ ਦਾ। ਅਸੀਂ ਸਹਿਜ ਪਾਠ ਕਰਦੇ ਹਾਂ, ਅਰਥ ਸਮਝ ਕੇ ਕਹਿਣਾ ਸੀ, ਸਮਝਣਾ ਸ਼ੁਰੂ ਕੀਤਾ ਜੀ, ਜਦੋਂ ਦੀ ਸਮਝ ਆਈ ਹੈ ਅਰਥ ਸਮਝਣੇ ਸ਼ੁਰੂ ਕਰਤੇ ਨੇ, ਸਵਾਲ ਫੇਰ ਨਹੀਂ ਮੁੱਕੇ। ਲੈ ਮਾਹੌਲ ਕੀਤਾ ਹੋਇਆ ਸੀ। ਵੇਦ ਪੁਰਾਣ ਸਾਧ ਮਗ ਸੁਣ ਕਰ, ਹੁਣ ਵੇਦ ਪੁਰਾਣ ਸਾਡਾ ਕਿਹੜਾ ਵੇਦ ਪੁਰਾਣ? ਗੁਰੂ ਗ੍ਰੰਥ। ਸਾਧ ਮਗ, ਸਾਧ ਲੋਕਾਂ, ਸਾਧ ਕੌਣ ਹੈ? ਗੁਰੂ। ਗੁਰੂ ਦੇ ਰਸਤੇ ਨੂੰ ਸੁਣ ਕੇ ਤੁਰਿਆ ਨਹੀਂ ਆ ਮੈਂ। ਜਿੱਦਾਂ ਅਸੀਂ ਕਹਿੰਦੇ ਨਾ ਕਿ ਅਸੀਂ ਗੁਰੂ ਨੂੰ ਮੰਨਦੇ ਹਾਂ, ਬਹੁਤ ਮੰਨਦੇ ਹਾਂ, ਗੁਰੂ ਦੀ ਨਹੀਂ ਮੰਨਦੇ, ਰਤਾ ਵੀ ਨਹੀਂ ਮੰਨਦੇ। ਨੂੰ ਤੇ ਦੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋ ਜਾਂਦਾ ਹੈ, ਗੁਰਮੁਖ ਤੇ ਮਨਮੁਖ ਦਾ ਫਰਕ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ ਕਿ ਵੇਦ ਪੁਰਾਣ ਸਾਧ ਮਗ ਸੁਣ ਕਰ, ਗੁਰੂ ਦਾ ਰਸਤਾ ਵੀ ਸੁਣ ਲਿਆ। ਸੁਣਨ ਸੁਣੇ ਦੀ ਪੌੜੀ ਆ ਗਈ ਸਾਡੇ। ਇਸ ਤਰ੍ਹਾਂ ਜੇ ਐਂਟੈਨਾਸ ਖੜੇ ਹੋਣੇ ਸ਼ੁਰੂ ਹੋ ਜਾਣ, ਸੁਣੇ ਦੀ ਪੌੜੀ ਸੀਗਾ, ਸੁਣ ਤੇ ਲੈ ਤੂੰ, ਪੜ੍ਹ ਤੇ ਲੈ ਤੂੰ, ਪਰ ਜੇ ਸਮਝਿਆ ਨਹੀਂ ਕੋਈ ਫਾਇਦਾ ਨਹੀਂ। ਸਮਝ ਤੇ ਲੈ ਤੂੰ, ਜੇ ਮੰਨਿਆ ਨਹੀਂ ਤੇ ਕੋਈ ਫਾਇਦਾ ਨਹੀਂ। ਮਨ ਤੇ ਲੈ ਤੂੰ, ਜੇ ਜ਼ਿੰਦਗੀ 'ਚ ਨਹੀਂ ਉਤਾਰਿਆ, ਜੇ ਜ਼ਿੰਦਗੀ ਤੇ ਘਟਾਇਆ ਨਹੀਂ ਤੇ ਕੋਈ ਫਾਇਦਾ ਨਹੀਂ। ਏਦਾਂ ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨਾ, ਇੰਨਾ ਕੁਝ ਕਰ, ਬਾਣੀ ਵੀ ਪੜ੍ਹ ਲਈ, ਗੁਰੂ ਨੂੰ ਵੀ ਸੁਣ ਲਿਆ, ਗੁਰਬਾਣੀ ਨੂੰ ਵੀ ਸੁਣ ਲਿਆ, ਗੁਰਬਾਣੀ ਦਾ ਕੀਰਤਨ ਸੁਣ ਲਿਆ, ਗੁਰਬਾਣੀ ਦੀ ਕਥਾ ਸੁਣ ਲਈ, ਗੁਰਬਾਣੀ ਦੀ ਵਿਚਾਰ ਕਰ ਲਈ, ਪਰ ਨਿਮਖ ਨਾ ਹਰ ਗੁਣ ਗਾਵੇ, ਹਾਲੇ ਵੀ ਗੁਣ ਨਹੀਂ ਗਾਏ। ਫॉर वन रीजन और द ਉਹ ਤੇ ਠੀਕ ਹੈ, ਇਹ ਗੱਲ ਤੇ ਠੀਕ ਹੁੰਦੀ ਹੈ ਵਿਚਾਰ ਦੇ ਵਿੱਚ। ਆਹ ਫਲਾਣੇ ਵਿਚਾਰ ਵਾਲੇ ਏਦਾਂ ਕਹਿੰਦੇ, ਫਲਾਣੇ ਵਿਚਾਰ, ਮੈਂ ਇੱਥੇ ਹੀ ਫਸਿਆ ਪਿਆ। ਬਹੁਤੇ ਘਰੀ ਪ੍ਰਾਹੁਣਾ ਜੋ ਰਹਿੰਦਾ ਭੁੱਖਾ। ਮੈਂ ਜੇ ਇੱਕ ਦਰਦਾ ਹੋ ਕੇ ਰਹਿ ਜਾਏ ਤੇ ਕੰਨ ਨੂੰ ਦੁਰ ਦੁਰ ਹੋਏ, ਬੁੱਲਾ ਕਹਿੰਦਾ, ਮੈਂ ਕੀਤਾ ਹੀ ਨਹੀਂ। ਕੋਈ ਮਾਈ ਭੂਲਿਓ ਮਨ ਸਮਝਾਵੈ, ਵੇਦ ਪੁਰਾਣ ਸਾਧ ਮਗ ਸੁਨ ਕਰ, ਨਿਮਖ ਨਾਰ ਗੁਣ ਗਾਵੈ ਰਹਾਓ। ਦੁਰਲਭ ਦੇ ਪਾਏ ਮਾਨਸ ਕੀ, ਬਿਰਥਾ ਜਨਮ ਚਰਾਵੈ। ਇਹ ਮਨ ਇੰਨੀ ਦੁਰਲਭ ਦੇ, ਹਰ ਰੁੱਖੀ ਰੋਟੀ ਖਾਏ ਸਮਾਲੇ, ਅੰਤਰਬਾਰ ਨਦਰ ਲਿਆਲੇ, ਖਾਏ ਖਾਏ ਕਰੇ ਬਦ ਫੈਲੀ, ਜਾਨ ਵਿਸੁਕੀ ਵਾੜੀ ਜੀਓ। ਸੰਤਾਂ ਸੇਤੀ ਰੰਗ ਨ ਲਾਏ, ਸਾਕਤ ਸੰਗ ਵਿਕਰਮ ਕਮਾਏ, ਦੁਰਲਭ ਦੇ ਖੋਈ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਓ। ਬੜੀ ਪੁਰਾਣੀ ਤੁਕ ਯਾਦ ਆਈ। ਸੰਤਾਂ ਸੇਤੀ ਰੰਗ ਨਾ ਲਾਏ, ਕੋਈ ਚਸਕਾ ਹੀ ਨਹੀਂ ਪਿਆ ਗੁਰਬਾਣੀ ਦੇ ਨਾਲ।
ਸਾਕਤ ਸੰਗ ਵਿਕਰਮ ਕਮਾਏ। ਪਰ ਸਾਕਤ ਥਾਟਸ ਦੇ ਨਾਲ ਮੈਂ ਸਾਰੇ ਭੈੜੇ ਕਰਮ ਕੀਤੇ। ਦੁਰਲਭ ਦੇ ਖੋਈ ਅਗਿਆਨੀ। ਇਹ ਸਰੀਰ ਜਿਹੜਾ ਸੀ, ਜਿਹੜਾ ਦੁਰਲਭ ਮਿਲਿਆ ਸੀ, ਉਹਨੂੰ ਗਵਾਤਾ। ਜੜ ਆਪਣੀ ਆਪ ਪੜ, ਆਪਣੀ ਜੜ ਨੂੰ ਆਪ ਪੱਟ ਕੇ ਰੱਖ ਲਿਆ। ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ। ਜਨਮ ਗਵਾਈ ਜਾ ਰਿਹਾ ਆਪਣਾ। Spending my life just like that. Night passes day, life passes in this way. चल दिन गुजरता है, शाम होती है, जिंदगी यूं तमाम होती है। माया मोह महा संकट बन। लफ्ज किथे किथे देखो। माया मोह महा संकट बन। पिहावला जंगल उद्यान बसरंग संसारंग। ये संसार मानो जंगल है। ते संबंधी स्वान सियाल खरा। ਜਿਹੜੇ ਮੇਰੇ ਰਿਸ਼ਤੇਦਾਰ ਨੇ ਉਹ ਗਿੱਦੜ ਤੇ ਕੁੱਤੇ ਤੇ ਖੋਤੇ ਨੇ। ਮੈਂ ਉਸ ਜੰਗਲ ਚ ਨਿਵਾਸ ਕੀਤਾ। ਸੋਚਿਆ ਕਦੀ ਮੈਂ? ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਉ ਰੁਚ ਉਪਜਾਵੇ। ਲੈ, ਜਿਹੜਾ ਸੰਕਟ ਦਾ, ਤਕਲੀਫਾਂ ਦਾ ਜੰਗਲ ਹੈ, ਮਾਇਆ ਦਾ ਅਟੈਚਮੈਂਟ, ਮੈਂ ਉਹਦੇ ਨਾਲ ਇੰਟਰਸਟ ਪੈਦਾ ਕੀਤਾ ਹੈ। I am interested in that taste. ਮਾਇਆ ਮਨ ਸੈਕੰਡ ਪਰਸਨ ਚ ਹੋ ਰਹੀ ਹੈ। ਮਾਈ ਮੇਰੇ ਮਨ ਨੇ ਇਹ ਕੀਤਾ ਹੋਇਆ ਹੈ। ਤੁਸੀਂ ਵਿਟਨੈਸ ਮੋਡ ਦੇ ਵਿੱਚ ਦੇਖ ਰਹੇ ਹੋ ਕਿ ਮੇਰੇ ਮਨ ਨੇ ਕੀ ਕੀਤਾ ਹੋਇਆ ਹੈ। ਤੇ ਅੰਤਰ ਬਾਹਰ ਸਦਾ ਸੰਗ ਪ੍ਰਭ। On the contrary, ਜਿਹੜਾ ਰੱਬ ਅੰਦਰ ਬਾਹਰ, ਤੂੰ ਮੇਰਾ ਰਾਖਾ ਸਭਨੀ ਥਾਈ ਹੈ। ਸੰਗ ਸਦਾ ਸੰਗ ਸਖਾ ਸਭ ਤਜ ਗਏ। ਬਾਣੀ ਹਿਲਾਈ ਜਾ ਰਹੀ ਹੈ, ਮੈਨੂੰ ਝਲੂਣੀ ਜਾ ਰਹੀ ਹੈ, ਪਰ ਮੈਂ ਐਸਾ ਬੀਜ ਹਾਂ ਐਡਾਮੈਂਟ ਕਿ ਮੈਂ ਕਹਿੰਦਾ ਚੱਲ ਠੀਕ ਹੈ, ਪਰ ਇਹ ਤੇ ਆਪਣੇ ਹੀ ਨੇ ਨਾ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਕਹੋ ਨਾਨਕ ਇਸ ਬਿਪਤ ਮੈਂ ਟੇਕ ਏਕ ਰਘੁਨਾਥ। ਪਹਿਲੀ ਲਾਈਨ ਤੇ ਠੀਕ ਹੈ ਜੀ, ਦੂਜੀ ਨਹੀਂ ਪੜੀ ਮੈਂ। ਜਦੋਂ ਮੇਰੇ ਨਾਲ ਕੋਈ ਝਗੜਾ ਕਰਦਾ ਆਪਣਾ ਨਿਕਟਵਰਤੀ, ਮੈਂ ਕਹਿੰਦਾ ਹਾਂ ਦੇਖਿਆ, ਮੈਨੂੰ ਬਾਣੀ ਨੇ ਕਿਹਾ ਸੀ। ਪਰ ਇਸ ਨੌਬਤ ਤੱਕ ਹੀ ਨਾ ਆਵਾਂ ਜੇ ਮੈਂ ਕਹਿ ਦਿਆਂ ਕਹੋ ਨਾਨਕ ਇਸ ਬਿਪਤ ਮੈਂ ਟੇਕ ਏਕ ਰਘੁਨਾਥ। ਜੇ ਮੈਂ ਉਹ ਟੇਕ ਕਰ ਲਵਾਂ, ਉਹਦਾ ਆਸਰਾ ਕਰ ਲਵਾਂ, ਤੇ ਮੈਂ ਬਿਪਤਾ ਚੇਤੇ ਚਾਹਾਂਗਾ ਹੀ ਨਹੀਂ। ਉਹ ਨਹੀਂ ਮੈਂ ਪੜਦਾ। ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਓ ਨਿਹ ਨਾ ਲਾਵੇ। ਜਿਹੜਾ ਹਰ ਵੇਲੇ ਨਾਲ ਹੈ, ਉਹਦੇ ਨਾਲ ਪਿਆਰ ਹੀ ਨਹੀਂ ਪਾਇਆ। ਤੇ ਪਾਇਆ ਕਿਹਦੇ ਨਾਲ? ਜਿਹਦੇ ਨਾਲ ਨਹੀਂ ਸੀ ਪਾਣਾ। ਨਾਨਕ ਮੁਕਤ ਤਾਹਿ ਤੁਮ ਮਾਨੋ। ਉਹਨੂੰ ਮੁਕਤ ਸਮਝੀ। ਇਹਨਾਂ ਸਾਰੇ ਚੱਕਰਾਂ ਚੋਂ ਹੁਣ ਜਿੱਥੇ ਮੁਕਤ ਆਉਂਦਾ ਨਾ, ਮੇਰੇ ਫੇਰ ਕਦੇ ਮੁਕਤੀ ਦੀ ਗੱਲ ਆ ਗਈ। ਦੇਖਿਆ, ਹਾਲੇ ਹੁਣੇ ਪੜ੍ਹਿਆ ਸੀ ਅਸੀਂ ਧਰਮ ਅਰਥ ਕਾਮ ਮੋਖ, ਤੇ ਫੇਰ ਮੁਕਤੀ ਆ ਗਈ। ਉਹ ਮੁਕਤ ਮੀਨਸ ਗੈਟ ਰਿਡ ਆਫ, ਰੀਡਿੰਗ ਆਫ। ਰਿਡਿਡ ਕੌਣ ਹੈ? ਜੈ ਘਟ ਰਾਮ ਸਮਾਵੈ। ਇਹਨਾਂ ਸਾਰਿਆਂ ਧੰਦਲਿਆਂ ਚੋਂ ਮਾਇਆ ਦੇ, ਜਿਹਦੇ ਅੰਦਰ ਜਹ ਘਟ ਰਾਮ, ਜਿਹਦੇ ਅੰਦਰ ਰੱਬ ਵਸ ਗਿਆ। ਹੁਣ ਮੈਨੂੰ ਮੇਰੀ ਬਾਹਰ ਆ ਗਈ ਨਾ ਕਿ ਮੈਂ ਇੱਥੇ ਪਹੁੰਚਣਾ ਹੈ। ਰਿਗਾਰਡਲੈਸ ਮੈਂ ਰੱਬ ਨੂੰ ਵਸਾਉਣਾ ਹੈ। ਹੈਨਾ? ਸੋ ਏਦਾਂ ਆਪਾਂ ਬਾਣੀ ਨੂੰ ਇਹਨੂੰ ਸਮਝੀਏ। ਐਡੀ ਸੌਖੀ ਬਾਣੀ ਕਿ ਫਟਾਫਟ, ਜਿੱਦਾਂ ਖਿਚੜੀ ਨਹੀਂ ਖਾਈ, ਢਿੱਡ ਖਰਾਬ ਹੋਵੇ ਤੇ ਖਿਚੜੀ ਖਾ ਲਵੇ। ਇਹ ਨੌਵੇਂ ਪਾਤਸ਼ਾਹ ਦੀ ਬਾਣੀ ਏਦਾਂ ਖਾ ਲਵੇ ਬੰਦਾ, ਪੜ੍ਹ ਲਵੇ ਕਿ ਅੱਜ ਹਲਕਾ ਖਾ ਲਈਏ, ਕੰਮ ਉਹ ਨਹੀਂ ਕਰੇਗੀ।
ਸਗੋਂ ਜ਼ਿਆਦਾ ਕਰੇਗੀ। ਅਨਬੈਲੈਂਸਡ ਡਾਈਜੈਸ਼ਨ ਜਿਹੜੀ ਹੈ ਉਹਨੂੰ ਬੈਲੈਂਸਡ ਕਰ ਦੇਗੀ। ਏਦਾਂ ਹੀ ਇੱਥੇ ਜੇ ਕੁਝ ਗੜਬੜ ਹੈ, ਸਿੱਧੀ ਸਿੱਧੀ ਗੱਲ ਹੈ, ਕੋਈ ਔਖ ਨਹੀਂ ਹੈ, ਕੋਈ ਕੰਸੈਪਟਿਵ ਨॉन ਕੰਸੈਪਟਿਵ ਕੁਝ ਗੱਲ ਨਹੀਂ ਹੈ। ਸਿੱਧਾ ਸਿੱਧਾ ਪੜੀ ਜਾ, ਬਾਣੀ ਨੂੰ ਸਮਝ ਲੈ। ਮਨ, ਗੁਰੂ, ਗੁਰਬਾਣੀ ਤੇ ਮਾਇਆ, ਜੇ ਇਹਨਾਂ ਚਾਰ ਕੋਨਿਆਂ ਦਾ ਕੈਰਮ ਬੋਰਡ ਬਣਾ ਲਈਏ ਤੇ ਸਟ੍ਰਾਈਕਰ ਆਪਣੀ ਅਵੇਅਰਨੈਸ ਨੂੰ ਰੱਖ ਲਈਏ ਤੇ ਕੀ ਬਾਤ ਹੈ। ਆਈ ਜਾਓ ਗੋਟੀਆਂ। That's it. Any thought? correction ਕਰਿਆ ਕਰੋ ਬਾਬਾ ਜੀ। ਅੱਛਾ, ਇਹ ਜਿਹੜਾ ਅੰਤਰਬਾਰ ਸਦਾ ਸੰਗ ਪ੍ਰਭ ਤਾਂ ਸਿਉ ਨੇ ਨਾ ਲਾਵੇ। ਅੱਛਾ, ਜੇ ਹੁਣ ਅੰਤਰਬਾਰ ਵਾਲਾ ਰੱਬ ਮੈਨੂੰ ਦਿਖਾਈ ਨਹੀਂ ਦਿੰਦਾ ਤੇ ਜੇ ਗੁਰੂ ਤੇ ਮੈਂ ਟਰਸਟ ਲੈ ਆਵਾਂ, ਕੋਈ ਗੱਲ ਬਣ ਸਕਦੀ ਹੈ? ਇਹ ਗੱਲ ਹੀ ਇੱਥੋਂ ਆ ਰਹੀ ਹੈ ਕਿ ਉਹ ਅੰਦਰ ਵੀ ਹੈ ਤੇ ਉਹ ਬਾਹਰ ਵੀ ਹੈ। ਕੋਈ ਗੱਲ ਬਣ ਜੂਗੀ ਨਾ ਜੇ ਮੈਂ ਵਿਸ਼ਵਾਸ ਲੈ ਆਵਾਂ। ਟਰਸਟ ਕੋਈ ਕਮੀਜ਼ ਪਾਣੀ ਥੋੜੀ ਹੈ ਕਿ ਮੈਂ ਕਮੀਜ਼ ਪਾ ਲਈ ਤੇ ਮੇਰਾ ਪਾਲਾ ਰੁਕ ਜਾਏਗਾ। ਕਮੀਜ਼ ਪਾਉਣ ਦੀ ਦੇਰ ਹੈ, ਉਹ ਐਨਕ ਲਾਉਣ ਦੀ ਦੇਰ ਹੈ। ਗੁਰੂ ਤੇ ਫੇਥ ਆਂਦਾ ਨਹੀਂ, ਲਿਆਂਦਾ ਨਹੀਂ ਕਿ ਅੰਦਰ ਵੀ ਤੇ ਬਾਹਰ ਵੀ ਮੈਨੂੰ ਤੇ ਨਜ਼ਰ ਆ ਜਾਣਾ। ਦੇਖੀਏ, ਇੱਕ ਗੱਲ ਦੀ ਸਮਝ ਲੈ ਲਈਏ ਕਿ ਇਹ ਜਿਹੜੀ ਸੈਂਸ ਹੈ ਨਾ, ਇਹ ਮੈਂ ਲੈਣੀ ਨਹੀਂ ਹੈ। ਅਸੀਂ ਬਹੁਤ ਭੁਲੇਖੇ ਚ ਪਾਣੇ ਆਪਣੇ ਆਪ ਨੂੰ ਕਿ ਮੈਂ ਇਹ ਸਮਝਣਾ ਹੈ। ਨਹੀਂ, ਇਹ ਗੁਣ ਜਿਹੜੇ ਨੇ ਮੈਂ ਲੈਣੇ ਨੇ ਨਹੀਂ, ਗੁਣ ਮੇਰੇ ਅੰਦਰ ਨੇ। ਇਹ ਸਮਝ, ਇਹ ਅਹਿਸਾਸ ਮੇਰੇ ਅੰਦਰ ਹੈ, ਮੈਂ ਇਹਨੂੰ ਪ੍ਰਗਟ ਕਰਨਾ ਹੈ। ਇਟਸ ਅ ਵੈਰੀ ਸਿਗਨੀਫਿਕੈਂਟ ਪੁਆਇੰਟ। ਡਸ ਇਟ ਮੇਕ ਸੈਂਸ though? ਪ੍ਰਗਟ ਕਰਨਾ ਤੇ ਇਨਕਲਕੇਟ ਕਰਨਾ। ਪ੍ਰਗਟ ਕਰਨਾ is sprouting from and within, ਪਰ ਇਹ ਸਪਰਾਊਟਿੰਗ ਏਦਾਂ ਹੀ ਨਹੀਂ ਹੋ ਜਾਣੀ। ਜਿਹਾ ਬੀਜੇ ਸੋ ਲੁਣੇ ਹੈ। ਬਾਬਾ ਜੀ ਇਹੋ ਜਿਹੇ ਔਖੇ ਸਵਾਲ ਨਾ ਪਾਇਆ ਕਰੋ। ਨਹੀਂ, ਮੈਂ ਸੋਚਦੇ ਵੀ ਜੇ ਵਿਸ਼ਵਾਸ I know, just kidding. ਮੈਂ ਕਹਿੰਦਾ ਵੀ ਜੇ ਮੇਰੇ ਵਰਗੇ ਨੂੰ ਵਿਸ਼ਵਾਸ ਹੀ ਨਹੀਂਗਾ ਬਾਣੀ ਦੀ ਤੁਕ ਤੇ ਫਿਰ ਮੇਰੀ ਤੇ ਨਾ ਗੱਲ ਬਣੂਗੀ। ਆਹੋ, ਮੈਂ ਇਹ ਗੱਲ ਕਰਨੀ ਚਾਹੁੰਦਾ ਸੀ। ਚਲੋ, ਥੈਂਕ ਯੂ, ਧੰਨਵਾਦ ਤੁਹਾਡਾ। ਹਾਂਜੀ, ਨਹੀਂ ਜੀ, ਤੁਹਾਡਾ ਧੰਨਵਾਦ। ਤੁਸੀਂ ਧਿਆਨ ਲੈ ਜਾਂਦੇ ਹੋ ਅੰਦਰ ਬਾਹਰ। ਨਹੀਂ, ਅਸੀਂ ਤੇ ਭਰਾਵਾ ਤੁਹਾਡੇ ਅਸੀਂ ਠੋਕ ਕੇ ਆਪਣੇ ਤਬਲੇ ਨੂੰ ਸੁਰ ਕਰ ਲੈਂਦੇ ਹਾਂ ਵੀ ਹਾਂ ਵੀ ਠੀਕ ਹੈ, ਸੁਰ ਚ ਹੈ। ਹਾਂਜੀ, ਸਾਰੇ ਜਣੇ ਕੋਈ ਬਚਨ ਕਰੋਗੇ ਜੀ? The only thought that came to my mind was ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਭ ਕੁਝ ਹੈ ਸਾਡੇ ਅੰਦਰ, ਪਰ ਜਿਹੜੀ ਸਾਡੀ ਹਉਮੈ ਦਾ ਇੰਨਾ ਹਾਰਡ ਜਿਹਾ ਸ਼ੈਲ ਬਣਾ ਕੇ ਅਸੀਂ ਉਸਦੇ ਅੱਗੇ ਪਿੱਛੇ ਰੱਖਿਆ ਹੋਇਆ ਨਾ, once we break that, then only can we reach that understanding within. ਪਾਤਸ਼ਾਹ ਗੁਰਬਾਣੀ endorses it. ਹਾਂ ਭੀਤ ਭਇਓ ਹੈ ਬੀਚੂ, ਸੁਨਤ ਦੇਸ ਨਿਕਸਾਇਓ, ਨਿਕਟਾਇਓ ਪਾਂਬੀਰੀ ਕੇ ਪਾਤ ਪਾਰ ਦੋ, ਪੇਖਤ ਹੀ ਬਿਕਸਾਇਓ। I think I didn't say it right. ਮੈਂ ਹਮੇਸ਼ਾ ਇਹ ਤੁਕ ਇੰਨੀ ਔਖੀ ਲੱਗਦੀ ਮੈਨੂੰ। ਹਾਂ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ ਭਾਂਬੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਸੌਰੀ, ਤਿਤਲੀ ਦੇ ਖੰਭ ਜਿੰਨ, ਬਟਰਫਲਾਈ ਦਾ ਜਿਹੜਾ ਵੇਲ ਹੈ ਨਾ, ਜਦੋਂ ਉਹਦਾ ਵਿੰਗ ਹੈ ਉਹ ਪੜਦਾ ਹੈ, ਪੜਦਾ ਤੇ ਹੈ ਨਾ, ਮੈਂ ਉਧਰ ਦੇਖਦਾ ਨਹੀਂ ਆ, ਮੈਂ ਦੂਰੀ ਪਾਈ ਹੋਈ ਹੈ। ਇਹ ਹਾਂ ਦੀ ਭੀਤ ਨੇ ਪਾਈ ਹੋਈ, ਹਾਂ ਦੀ ਭੀਤ ਕੰਧ। So you said it right. ਬਿਨ ਪੇਖੇ ਦੂਰ ਆਇਆ। ਹਾਂਜੀ, anyone else? I guess my 2 cents worth is
the virtues we know we should have, and we're now knowing that it is inside us. It's the awakening whether I want to make that shift, the paradigm shift. And to make that paradigm shift, I need to engage with the Guru, the Bani, and be in love. And I guess only those will carry me across the ocean and make me develop those virtues in myself. I'm not sure I've clarified or I've confused and muddled up No. the You're equation, okay. but you know, Yeah. I think, The question is, how do I think the key word is the awakening in the mind. That's it. And Awareness. and again, like earlier we said, Prateet, when we talked about it, you said, do you have the love for it? Do you have the desire to move in that direction? Yeah. It's amazing. Yeah. It's an awakening call, I guess. Yes, it is the understandability of oneself. It's a quagmire. Ye maya di agg hai. Here, it's the fire brigade or whatever, fire engine. Who is, what is fire engine? Where is quagmire? It's all. How do I go across? Santo Sagar par utriye. Gurbani sometimes very clearly saying, आओ भाई पार उतरिए, जेको बचन कमावे संतन का, गुरु प्रसादी तरिए. You have to earn. Guru nu suniye, onu kamaye khala. Bas. That's it. No, you equated it right. That's the way it is. It should be. Hanji. Hor Harjeet ji, Paramjeet ji, bolo bhai, Sonal, Veena ji, Ravdeep ji, Keval ji. ਜਿਸ ਤਰ੍ਹਾਂ ਵੀਰ ਜੀ ਤੁਸੀਂ ਕਿਹਾ ਕਿ ਮਨ ਇਤਨਾ ਚੰਚਲ ਹੈ, ਅਸੀਂ ਲੋਕ ਮਨ ਦੇ ਤਰਫ ਹੀ ਲੱਗੇ ਹੋਏ ਆ, ਲੇਕਿਨ ਅਗਰ ਬੁੱਧੀ ਦੀ ਸੁਣੀਏ ਤਾਂ ਫਿਰ ਸ਼ਾਇਦ ਇਸ ਪਾਸੇ ਜਾ ਸਕੀਏ. ਮਨ ਤਾਂ ਸਾਨੂੰ ਹੋਰ ਵਿਕਾਰਾਂ ਹੀ ਲੈ ਜਾਂਦਾ. हाँ जी, ख्याल करना बुद्धि लफ्ज बुद्धि means कि विवेक या विवेक. Yeah. विवेक की है discriminative sense. Yeah. To be more specific, विवेक की है जिस तरह हंस दे कोल, it's a mythological bird, कि वो अपनी बीक दे नाल दुध ते पानी अड कर सकता है. Only discrimination, discriminative. मैं ठीक ते मंदा ते चंगा कह सका, distinguish कर सका. What is right and wrong for me? Yeah. विवेक बुद्ध सतगुर ते पाई. माधवे अविद्या हित कीन. मैं, हे मेरे प्यारिया, मेरे मालका, मैं अपना प्यार अविद्या दे नाल पा लिया, अविवेक दे नाल. विवेक बुद्ध मलीन. मेरी बुद्ध विवेक सी, पर मैं उन्होंने मैला कर लिया. किदां कर लिया? अविद्या दे नाल साथ करके. बाणी तुहानू बड़ी बड़ी कमाल दियां kind of satiations दे दिंदी है. You are thinking it right. है ना? हाँ जी. Who else? और सब ठीक ठाक है? चलो ठीक है जी, बस करिए फिर. It's already, हाँ जी, 6:40 हो गए या. सो किसी ने कुछ नहीं कहना, मैं सारे दे नाल ले जी. हुण किते कोई कहे जी मेरा नाम नहीं लिया जी तुसी, ते मैं ते बोलदा नहीं. ਤੁਸੀਂ ਪਤਾ ਕੀ ਕਰੋ, हाँ जी. ਤੁਹਾਡੇ ਕੋ ਨਾ ਪ੍ਰਤੀਤ ਬੜੀ ਤੁਹਾਡੇ ਕੋ, अच्छा. ਤੁਸੀਂ ਸਾਨੂੰ ਥੋੜੀ ਸਾਨੂੰ ਵੇਚਦੇ ਹੋ ਵੈਸੇ. ओहो.
ਸਾਡਾ ਵੀ ਇਹ ਸਰ ਸਾਡਾ ਵੀ ਸਰ ਜਾਏਗਾ। ਆਪਣੀ ਕੋਸ਼ਿਸ਼ ਤਾਂ ਕਰਦੇ ਨਾ, ਅਸੀਂ ਲੈਣ ਵਾਲੇ ਬਣੀਏ। ਇਤਨਾ ਮੁੱਲ ਹੈਗਾ ਕਿ ਦੇਖਿਆ ਭੈਣ ਮੇਰੀ ਬੋਲੀ ਹੈ। ਹੈ ਜੀ ਹਾਂਜੀ ਹਾਂਜੀ ਸੌਰੀ ਕਿ ਪ੍ਰਤੀਤ ਦਾ ਮੁੱਲ ਦੇ ਲਵਾਂਗੇ ਆਪਾਂ। ਇਹ 500 ਰੁਪਏ ਨੂੰ ਕਿਲੋ ਦੇ ਦੇਣੀ ਹੁੰਦੇ ਨੇ ਸੁੱਕਾ ਹੀ। ਉਹ ਤਾਂ ਮੁਫਤ ਦੇ ਰਹੇ ਨੇ, ਵੈਸੇ ਵੀ ਨਹੀਂ ਲੈ। ਮੁਫਤ ਨਹੀਂ ਦੇਣੀ ਹੁੰਦੇ ਨੇ, ਇਹ ਬੜੇ ਬਿਜ਼ਨਸਮੈਨ ਨੇ, ਮੁਫਤ ਨਹੀਂ ਦਿੰਦੇ। Wish we had that much knowledge. ਚਲੋ ਖੰਭ ਵਿਕਾਂਦੜੇ ਜੇ ਲਹਾਂ ਤੇ ਕਿੰਨਾ ਸਾਵੀਂ ਤੋਲ। ਹੈਂਜੀ ਭਾਰੇ ਕਰਕੇ ਸਾਵੀਂ ਤੋਲ। ਮੈਂ ਤਾਂ ਸਾਰੇ ਲੈ ਆਉਣੇ ਆਪਣੇ ਘਰੇ। ਹਾਂ ਤੇ ਤਨ ਜੜੋਂ ਹੀ ਆਪਣੇ ਹਾਂ ਭਾਵੇਂ 2 ਕਿੱਲੇ ਵੇਚਣੇ ਨਾ ਪੈਂਦੇ, ਲੈ ਆਉਣੇ। ਲਹਾਂ ਸੋ ਸੱਜਣ ਤੋਲ। ਹਾਂ ਸਹੀ ਹੈ। ਇਹ ਲੋੜ ਤੇ ਇਹ ਪ੍ਰਤੀਤ ਹੈ। ਖੰਭ ਵਿਕਾਂਦੜੇ ਜੇ ਕਿਧਰੇ ਮੁੱਲ ਦੇ ਹੋਣ, ਹਨਾ, ਮੁੱਲ ਵਿਕਦਾ ਸੱਜਣ ਮਿਲ ਜਾਵੇ, ਲੈ ਲਵਾਂ ਮੈਂ ਜਿੰਦ ਵੇਚ ਕੇ। ਮੈਂ ਤੋਂ ਮੋਲ ਮਹਿੰਗੇ ਲਈ ਜੀ ਸੱਟੇ। Levels are there for Gurbani, from Gurbani, but we have not tried, I guess. पर चलो बस करिए जी। Again last call. Yes, चलो समाप्ति सीगी जी आज हरकेवल जी की है। हाँ जी प्लीज। राम जी क्या सुनिया महावीरो। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। तिलंग महला नौवा हर जस रे मना गाए ले। हर जस रे मना गाए ले जो संगी है तेरो अवसर बीते ओ जात है। कहयो मान ले मेरो संपत रथ धन राज स्यों अत नेह लगायो। काल फास जब गल परी सब भयो परायो। जान बूझ कै बावरे तैं काज बिगाड़ियो। पाप करत सो कच्यो नहीं ना गर्भ निवार्यो। जय बिद गुर उपदेसिया सो सुन रे भाई।
नानक कहत पुकार कै गहो प्रभु शरणाई। नानक कहत पुकार कै गहो प्रभु शरणाई। वाहे गुरु वाहे गुरु वाहा गुरु वाहा गुरु वाहे गुरु वाहे गुरु। वाहिगुरु जी का खालसा ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਾਰਿਆਂ ਦਾ।